ਵਾਜੇ ਅਨਹਦ ਤੂਰੇ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਦੋਹਰਾ। ਉਪਵਨ ਬਿਖੈ ਪ੍ਰਵੇਸ਼ ਭੇ ਬਿਖਰਮ ਅਨੀਕ ਸਥਾਨ। ਉਤਰੇ ਕਰਕੇ ਹੈ ਖਰੇ ਬੰਧਨ ਕਰ ਦਿੜ ਪਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਵਾਇਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਇਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜੀਵਨ ਕਥਾ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਿੰਦੂ ਧਰਮ ਦੀ ਰਾਖੀ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦੇਣ ਦਾ ਬਹਾਨਾ ਬਣਾ ਕੇ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਚੱਲੇ। ਕਈਆਂ ਨਗਰਾਂ ਦੇ ਵਿੱਚ ਸੰਗਤਾਂ ਨੂੰ ਕਿਰਤਾਰਥ ਕਰਦਿਆਂ ਹੋਇਆਂ ਪਾਤਸ਼ਾਹ ਜੀ ਆਗਰੇ ਪਹੁੰਚ ਗਏ ਨੇ। ਸੋ ਆਗਰੇ ਗੁਰਦੁਆਰਾ ਸਾਹਿਬ ਵੀ ਸਤਿਗੁਰਾਂ ਦੀ ਯਾਦ ਵਿੱਚ ਮੌਜੂਦ ਹੈ। ਇੱਥੇ ਕਈ ਘਟਨਾਵਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਹੈ। ਕਹਿੰਦੇ ਇੱਕ ਬਿਰਧ ਮਾਤਾ ਸੀ ਜੋ ਇੱਥੇ ਮਹਾਰਾਜ ਨੂੰ ਉਡੀਕਦੀ ਪਈ ਸੀ ਕਿ ਮਹਾਰਾਜ ਦਰਸ਼ਨ ਦੇਵੋ। ਉਹਦੀ ਭਾਵਨਾ ਵੀ ਪੂਰੀ ਕਰਨੀ ਹੈ। ਇੱਥੇ ਇੱਕ ਹਸਨ ਅਲੀ ਨਾਮ ਦਾ ਮੁਸਲਮਾਨ ਜੋ ਭੇਡਾਂ ਚਾਰਦਾ, ਬੱਕਰੀਆਂ ਚਾਰਦਾ, ਉਹ ਵੀ ਉਡੀਕਦਾ ਪਿਆ ਕਿ ਜੇ ਮਹਾਰਾਜ ਮੇਰੇ ਕੋਲ ਆ ਜਾਣ, ਮੈਂ ਉਹਨਾਂ ਦੀ ਗ੍ਰਿਫਤਾਰੀ ਕਰਵਾਵਾਂ ਅਤੇ ਮੇਰੀ ਗਰੀਬੀ ਖਤਮ ਹੋ ਜਾਵੇ, ਇਨਾਮ ਲੈ ਲਵਾਂ। ਇਹੋ ਜਿਹੇ ਕਈ ਕਾਰਨ ਸਨ ਜਿਨ੍ਹਾਂ ਕਾਰਨਾਂ ਕਰਕੇ ਮਹਾਰਾਜ ਜੀ ਪੰਜਾਬ ਤੋਂ ਚੱਲ ਕੇ ਆਗਰੇ ਪਹੁੰਚੇ ਨੇ। ਇੱਕ ਸੋਹਣੇ ਬਾਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਟਿਕਾਣਾ ਕੀਤਾ ਹੈ। ਮਹਾਰਾਜ ਇੱਥੇ ਹੁਣ ਕੀ ਕੌਤਕ ਕਰਨਗੇ ਉਹ ਆਪਾਂ ਸਰਵਣ ਕਰਾਂਗੇ। ਆਓ ਮਨ ਦੀਆਂ ਬਿਰਤੀਆਂ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਉਪਵਨ ਬਿਖੈ ਪ੍ਰਵੇਸ਼ ਭੇ ਬਿਖਰਮ ਅਨੀਕ ਸਥਾਨ। ਇੱਕ ਸੋਹਣਾ ਜਿਹਾ ਸਥਾਨ ਬਾਗ ਦੇ ਵਿੱਚ ਆਪਾਂ ਕੱਲ ਬਚਨ ਸਰਵਣ ਕੀਤੇ ਸਨ ਵੀ ਇੱਕ ਬੜਾ ਸੋਹਣਾ ਫਲਦਾਰ ਬੂਟਿਆਂ ਦਾ ਬਾਗ ਹੈ ਜਿਹਦੇ ਵਿੱਚ ਬੜੇ ਬੜੇ ਸੋਹਣੇ ਫੁੱਲ ਖਿੜੇ ਹੋਏ। ਰੁੱਖਾਂ ਨੂੰ ਬੜੇ ਬੜੇ ਸੋਹਣੇ ਫਲ ਮਿੱਠੇ ਤੇ ਖੱਟ ਮਿੱਠੇ ਲੱਗੇ ਹੋਏ। ਇਸ ਬਾਗ ਦੇ ਵਿੱਚ ਇੱਕ ਬੜਾ ਸੋਹਣਾ ਥੜਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਚੱਲ ਕੇ ਉਸ ਬਾਗ ਦੇ ਵਿੱਚ ਪਹੁੰਚੇ। ਉਸ ਥੜੇ ਦੇ ਉੱਪਰ ਮਹਾਰਾਜ ਬਿਰਾਜਮਾਨ ਹੋਏ ਹਨ। ਉਤਰੇ ਕਰਕੇ ਹੈ ਖਰੇ ਬੰਧਨ ਕਰ ਦਿੜ ਪਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਹੱਥਾਂ ਦੇ ਨਾਲ ਜਾਂ ਆਪਣੇ ਸਿੱਖਾਂ ਦੇ ਕੋਲੋਂ ਘੋੜਿਆਂ ਨੂੰ ਚੰਗੀ ਤਰ੍ਹਾਂ ਇੱਥੇ ਬਾਗ ਦੇ ਵਿੱਚ ਰੁੱਖਾਂ ਦੇ ਨਾਲ ਬੰਨ੍ਹ ਦਿੱਤਾ। ਘੋੜੇ ਬੜੇ ਬਲ ਵਾਲੇ ਨੇ। ਮਹਾਰਾਜ ਜੀਆਂ ਦੇ ਨਾਲ 6 ਘੋੜੇ ਸਨ। ਘੋੜਿਆਂ ਨੂੰ ਬੰਨ੍ਹ ਕੇ ਬਾਗ ਦੇ ਵਿੱਚ ਤੇ ਆਪ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੇ ਕੌਤਕ ਕਰਨ ਵਾਸਤੇ ਉਸ ਹਸਨ ਅਲੀ ਨੂੰ ਇਨਾਮ ਦਿਵਾਉਣ ਵਾਸਤੇ ਮਹਾਰਾਜ ਜੀ ਇੱਥੇ ਬਾਗ ਵਿੱਚ ਆਗਰੇ ਦੇ ਅੰਦਰ ਬੈਠੇ ਹਨ। ਚੌਪਈ ਨਿਜ ਨਿਜ ਅਸਟਿਕ ਸਿੱਖ ਤਬ ਬੈਸੇ। ਜਿਹੜੇ ਸਿੱਖ ਸਨ ਮਹਾਰਾਜ ਸਾਹਿਬ ਜੀਆਂ ਦੇ ਨਾਲ, ਉਹਨਾਂ ਨੇ ਵੀ ਆਪੋ ਆਪਣੇ ਘੋੜੇ ਜਿਹੜੇ ਨੇ ਉਹ ਵੱਖੋ ਵੱਖਰੇ ਥਾਵਾਂ ਤੇ ਬੰਨ੍ਹ ਦਿੱਤੇ ਹਨ। ਚਿਤਵਤ ਗੁਰੂ ਕਰੈ ਅਬ ਕੈਸੇ। ਤੇ ਸਤਿਗੁਰੂ ਪਾਤਸ਼ਾਹ ਹੁਣ ਸੋਚਦੇ ਪਏ। ਸਿੱਖਾਂ ਨੂੰ ਨਹੀਂ ਪਤਾ ਵੀ ਮਹਾਰਾਜ ਨੇ ਕੌਤਕ ਕੀ ਕਰਨਾ। ਸਤਿਗੁਰੂ ਆਉਣ ਵਾਲੇ ਬਚਨ ਨੂੰ ਦੱਸਣਾ ਨਹੀਂ ਚਾਹੁੰਦੇ ਵੀ ਹੋਣਾ ਕੀ ਹੈ, ਪਰ ਜਾਣਦੇ ਸਾਰਾ ਕੁਝ ਹੀ ਨੇ। ਪਟਨਾ ਸਾਹਿਬ ਦੀ ਧਰਤੀ ਤੇ ਗੋਬਿੰਦ ਰਾਏ ਸਾਹਿਬ ਜੀਆਂ ਨੂੰ ਮਿਲਦਿਆਂ ਮਹਾਰਾਜ ਨੇ ਉੱਥੇ ਇੱਕ ਮਾੜਾ ਜਿਹਾ ਇਸ਼ਾਰਾ ਦਿੱਤਾ ਸੀ ਵੀ ਸਰੀਰ ਤੇ ਬਿਨਸਨਹਾਰ ਹੈ, ਇਹ ਕਦੇ ਵਿਛੜਦਾ ਕਦੇ ਮਿਲਦਾ ਹੈ। ਪਰ ਇੱਥੇ ਹੁਣ ਕੌਤਕ ਕੀ ਕਰਨਾ ਇਹ ਨਹੀਂ ਦੱਸਿਆ ਮਹਾਰਾਜ ਨੇ, ਛੁਪਾਇਆ ਹੋਇਆ ਬਚਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜੇ ਸਨ ਤੇ ਕਾਨ੍ਹਾ ਨਾਮ ਦਾ ਇੱਕ ਭਗਤ ਆਪਣੇ ਆਪ ਨੂੰ ਉਹ ਕਹਿੰਦਾ ਵੀ ਮੈਂ ਭਗਤ ਹਾਂ, ਤੇ ਕਾਨ੍ਹਾ ਉਹਦਾ ਨਾਮ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਗੁਰਬਾਣੀ ਲਿਖਵਾਉਣ ਵਾਸਤੇ ਉਹ ਵੀ ਅੰਮ੍ਰਿਤਸਰ ਪਹੁੰਚਿਆ।
ਤੇ ਮਹਾਰਾਜ ਨੇ ਆਖਿਆ ਵੀ ਲਿਆ ਆਪਣਾ ਸ਼ਬਦ ਦੱਸ ਕਿਹੜਾ ਅਸੀਂ ਲਿਖਦੇ ਹਾਂ। ਜਦੋਂ ਸ਼ਬਦ ਉਚਾਰਿਆ ਤੇ ਮਹਾਰਾਜ ਜੀਆਂ ਨੇ ਉਹ ਜਿਹੜਾ ਸ਼ਬਦ ਸੀ ਪ੍ਰਮਾਣ ਨਹੀਂ ਕੀਤਾ। ਕਹਿਣ ਲੱਗੇ ਨਹੀਂ ਤੇਰੀ ਬਾਣੀ ਠੀਕ ਨਹੀਂ ਹੈ। ਉਹਨੇ ਲਿਖਿਆ ਉਹੀ ਰੇ ਮੈਂ ਉਹੀ ਰੇ, ਵੀ ਮੈਂ ਹੀ ਪਰਮੇਸ਼ਰ ਹਾਂ, ਮੈਂ ਬ੍ਰਹਮ ਗਿਆਨੀ ਹਾਂ, ਮੈਂ ਹੀ ਬ੍ਰਹਮ ਦੇ ਵਿੱਚ ਸਮਾਇਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਬਚਨਾਂ ਵਿੱਚੋਂ ਹੰਕਾਰ ਦੀ ਬਦਬੂ ਆਉਂਦੀ ਹੈ। ਹੰਕਾਰ ਹੈ ਵੀ ਮੈਂ ਰੱਬ, ਮੈਂ ਰੱਬ। ਇਹ ਨਹੀਂ ਬਚਨ ਲਿਖਾਂਗੇ। ਜਦੋਂ ਬਚਨ ਕੀਤਾ ਨਾ ਗੁਰੂ ਅਰਜਨ ਸਾਹਿਬ ਨੇ, ਤੇ ਉਸ ਵੇਲੇ ਕਾਹਨੇ ਨੂੰ ਗੁੱਸਾ ਆ ਗਿਆ। ਕਹਿਣ ਲੱਗਾ ਮੇਰੀ ਬਾਣੀ ਨਹੀਂ ਲਿਖਦੇ। ਤੇ ਇਹਨੇ ਫਿਰ ਆਖਿਆ, ਕਹਿਣ ਲੱਗਾ ਮਹਾਰਾਜ ਤੁਹਾਡਾ ਸਰੀਰ ਜਿਹੜਾ ਹੈ ਨਾ ਮੁਗਲਾਂ ਦੇ ਘਰ ਵਿੱਚ ਜਾ ਕੇ ਮੁਗਲਾਂ ਦੇ ਦੁਆਰਾ ਇਹ ਸਰੀਰ ਛੁੱਟਣਾ। ਤੇ ਸਤਿਗੁਰੂ ਨਾਰਾਜ਼ ਹੋ ਗਏ ਬਚਨ ਸੁਣ ਕੇ। ਕਹਿਣ ਲੱਗੇ ਕਾਨਿਆ ਸਾਨੂੰ ਵੀ ਪਤਾ ਵੀ ਸਾਡੀ ਸ਼ਹੀਦੀ ਕਿਵੇਂ ਹੋਣੀ ਹੈ, ਇਹ ਸਾਨੂੰ ਪਤਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਤੇ ਪਹਿਲਾਂ ਹੀ ਬਚਨ ਸਨ। ਜਦੋਂ ਬਲਦੀ ਹੋਈ ਅੱਗ ਦੇ ਵਿੱਚ ਹੱਥ ਪਾਉਣ ਲੱਗੇ, ਬੀਬੀ ਭਾਨੀ ਜੀ ਦੌੜ ਕੇ ਗਏ ਫੜਨ ਵਾਸਤੇ। ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਆਖ ਦਿੱਤਾ ਸੀ, ਕਹਿਣ ਲੱਗੇ ਭਾਨੀਏ ਚਿੰਤਾ ਨਾ ਕਰ, ਇਹਦਾ ਤੇ ਤਤੀਆਂ ਲੋਹਾਂ ਵੀ ਕੁਝ ਨਹੀਂ ਵਿਗਾੜ ਸਕਣਗੀਆਂ। ਇਹ ਬਚਨ ਅਗੰਮੀ ਨੇ ਪਰ ਬੁੱਝੇ ਸਨ। ਜਦੋਂ ਕਾਨੇ ਨੇ ਆਖਿਆ ਨਾ ਮਹਾਰਾਜ ਤੁਹਾਡੀ ਸ਼ਹੀਦੀ ਇਸ ਤਰ੍ਹਾਂ ਹੋਣੀ, ਮਹਾਰਾਜ ਕਹਿੰਦੇ ਕਾਨਿਆ ਮਾੜਾ ਕੀਤਾ, ਅਸੀਂ ਆਉਣ ਵਾਲਾ ਸਮਾਂ ਛੁਪਾ ਕੇ ਬੈਠੇ ਸੀ, ਦੱਸਦੇ ਨਹੀਂ ਸੀ ਕਿਸੇ ਨੂੰ ਪਏ ਵੀ ਜਦੋਂ ਹੋਣਾ ਉਦੋਂ ਹੋ ਹੀ ਜਾਣਾ, ਪਹਿਲਾਂ ਕੀ ਦੱਸਣਾ ਹੈ। ਤੂੰ ਦੱਸਿਆ ਇਹ ਤੂੰ ਗਲਤ ਕੀਤਾ ਹੈ। ਇੱਥੇ ਬਚਨ ਤਾਂ ਸਰਵਣ ਕੀਤਾ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਆਪਣੀ ਸ਼ਹੀਦੀ ਦਾ ਸਮਾਂ ਛੁਪਾ ਕੇ ਰੱਖਿਆ, ਕਿਸੇ ਨੂੰ ਦੱਸਿਆ ਨਹੀਂ। ਜਦੋਂ ਸ਼ਹੀਦੀ ਹੋਈ ਉਦੋਂ ਹੀ ਪਤਾ ਲੱਗਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੀ ਸ਼ਹੀਦੀ ਦੇਣੀ ਚੱਲੇ ਸਨ, ਪਰ ਬਚਨ ਇਹਨਾਂ ਨੇ ਵੀ ਛੁਪਾਇਆ ਹੋਇਆ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਹੁਣ ਬਾਗ ਦੇ ਵਿੱਚ ਬੈਠੇ ਸੋਚਦੇ ਪਏ ਵੀ ਬਹਾਨਾ ਕੀ ਬਣਾਈਏ, ਕੋਈ ਬਹਾਨਾ ਵੀ ਤੇ ਬਣਨਾ ਚਾਹੀਦਾ ਨਾ। ਸਤਿਗੁਰੂ ਬਹਾਨਾ ਬਣਾਉਣ ਵਾਸਤੇ ਸੋਚਦੇ ਹਨ। ਦੇਖੈ ਬਾਗ ਪ੍ਰਭੂ ਬਹੁ ਪਾਤੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਾਗ ਵਿੱਚ ਤੇ ਬਹਾਨਾ ਹੀ ਹੈ। ਬੈਠੇ ਬਾਗ ਵਿੱਚ ਕਦੇ ਇੱਧਰ ਨੂੰ ਸੈਰ ਕਰਨ ਚਲੇ ਜਾਂਦੇ, ਕਦੇ ਇੱਧਰ ਨੂੰ ਸੈਰ ਕਰਨ ਚਲੇ ਜਾਂਦੇ ਹਨ। ਇਤ ਕੋ ਆਵਤ ਉਤ ਕੋ ਜਾਤੇ। ਇੱਧਰੋਂ ਆਉਂਦੇ ਉੱਧਰ ਜਾਂਦੇ, ਉੱਧਰੋਂ ਆਉਂਦੇ ਤੇ ਇੱਧਰ ਜਾਂਦੇ। ਬਾਗ ਦੇ ਵਿੱਚ ਟਹਿਲਦੇ ਪਏ, ਬਹਾਨਾ ਬਣ ਜਾਵੇ ਸਾਨੂੰ ਕੋਈ ਵੇਖ ਲਵੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਗਰੇ ਦੀ ਧਰਤੀ ਤੇ ਕੌਤਕ ਕਰਦੇ। ਬਹੁਰਸ ਠੰਡਲ ਪਰ ਚੜ ਫਿਰ ਉਹ ਜਿਹੜਾ ਵੱਡਾ ਥੜਾ ਆਪਾਂ ਕੱਲ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ, ਬੜਾ ਸੋਹਣਾ ਥੜਾ ਬਣਿਆ ਸੀ ਬੈਠਣ ਵਾਸਤੇ। ਫਿਰ ਮਹਾਰਾਜ ਉਸ ਥੜੇ ਦੇ ਉੱਪਰ ਬੈਠ ਗਏ ਹਨ। ਆਵਨ ਜਾਨ ਬਾਰ ਬਹੁ ਕਰੈ। ਤੇ ਸਤਿਗੁਰੂ ਪਾਤਸ਼ਾਹ ਜੀ ਕਦੇ ਥੜੇ ਤੋਂ ਥੱਲੇ ਉਤਰ ਪੈਂਦੇ, ਕਦੇ ਤੁਰ ਪੈਂਦੇ ਬਾਗ ਤੋਂ ਬਾਹਰ ਨੂੰ, ਥੋੜਾ ਜਿਹਾ ਚੱਲ ਕੇ ਫਿਰ ਉੱਥੋਂ ਮੁੜ ਕੇ ਬਾਗ ਦੇ ਅੰਦਰ ਆ ਜਾਂਦੇ। ਇਸ ਤਰ੍ਹਾਂ ਮਹਾਰਾਜ ਉੱਥੇ ਲੀਲਾ ਕਰਦੇ ਹਨ। ਬਾਗ ਪੌਰ ਕੀ ਦਿਸ਼ਾ ਬਿਲੋਕ ਤੇ ਕਦੇ ਮਹਾਰਾਜ ਉਸ ਬਾਗ ਦਾ ਜਿਹੜੇ ਪਾਸੇ ਦਰਵਾਜ਼ਾ ਹੈ ਨਾ, ਜਿਹੜੇ ਪਾਸਿਓਂ ਬਾਗ ਨੂੰ ਰਾਹ ਆਉਂਦਾ, ਕਦੇ ਉਸ ਰਾਹ ਨੂੰ ਵੇਖਣ ਲੱਗ ਪੈਂਦੇ। ਹੁਣ ਮਹਾਰਾਜ ਤੇ ਜਾਣਦੇ ਸਨ ਵੀ ਕਾਰਨ ਕੀ ਹੈ, ਇੱਕ ਬਹਾਨਾ ਬਣਾਉਂਦੇ ਪਏ ਹਨ। ਅਪਰ ਦਿਸ਼ਨ ਤੇ ਦ੍ਰਿਸ਼ਟੀ ਰੋਕੈ। ਪਰ ਦੂਜਿਆਂ ਦਾ ਪਤਾ ਨਾ ਲੱਗ ਜਾਵੇ, ਨਾਲ ਦੇ ਸਿੱਖਾਂ ਨੂੰ ਪਤਾ ਨਾ ਲੱਗੇ, ਇਸ ਕਰਕੇ ਸਾਹਮਣੇ ਵੀ ਨਹੀਂ ਕੁਝ ਕਰਦੇ ਪਏ। ਗੁਪਤ ਰੂਪ ਦੇ ਵਿੱਚ ਵਾਰ-ਵਾਰ ਉਸ ਬਾਗ ਵੱਲ, ਜਿਹੜਾ ਦਰਵਾਜ਼ਾ ਬਾਗ ਨੂੰ ਰਾਹ ਆਉਂਦਾ, ਉਧਰ ਮਹਾਰਾਜ ਵੇਖਦੇ ਹਨ। ਫਿਰ ਕਦਮ ਪੋਸ਼ੀ ਕੋ ਕਰਤੇ। ਸਤਿਗੁਰੂ ਪਾਤਸ਼ਾਹ ਜੀ ਆਪਣੇ ਪੈਰਾਂ ਦੇ ਨਾਲ ਅੱਗੇ ਨੂੰ ਧਰਦੇ ਪੈਰ, ਇਸ ਤਰ੍ਹਾਂ ਮਹਾਰਾਜ ਟਹਿਲਦੇ ਪਏ ਨੇ ਆਪਣੀ ਮੌਜ ਦੇ ਵਿੱਚ। ਉੱਥੇ ਬਾਗ ਦੇ ਵਿੱਚ ਟਹਿਲਦੇ ਪਏ, ਸੈਰ ਕਰਦੇ ਹਨ। ਉਪਵਨ ਦਰ ਕੋ ਬਹੁਤ ਨਿਹਰਤੇ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਆਪਣੇ ਚਰਨਾਂ ਨੂੰ ਬਾਗ ਦੇ ਵਿੱਚ ਮਹਾਰਾਜ ਚੰਚਲ ਕਰ ਰਹੇ ਨੇ। ਸੋ ਇਸੇ ਤਰ੍ਹਾਂ ਕਦਮ ਪੋਸੀ ਤੋਂ ਭਾਵ ਫਾਰਸੀ ਦਾ ਸ਼ਬਦ ਹੈ। ਕਦਮ ਪੋਸੀ ਕਹਿੰਦੇ ਨੇ ਪੈਰ ਨੂੰ ਅੱਗੇ ਰੱਖਣਾ। ਫਾਰਸੀ ਦੇ ਵਿੱਚ ਕਦਮ ਪੋਸੀ ਤੋਂ ਭਾਵ ਪੈਰ ਅੱਗੇ ਰੱਖਣਾ। ਅੱਗੇ ਅੱਗੇ ਪੈਰ ਰੱਖ ਕੇ ਮਹਾਰਾਜ ਦੀ ਬਾਗ ਦੇ ਵਿੱਚ ਸੈਰ ਕਰਦੇ ਹਨ। ਤਿਸ ਛਿਨ ਏਕ ਇਆਲੀ ਆਇਓ। ਜਦੋਂ ਮਹਾਰਾਜ ਬਾਗ ਦੇ ਵਿੱਚ ਵਿਚਰਦੇ ਪਏ, ਇੱਥੇ ਇੱਕ ਭੇਡਾਂ ਚਾਰਨ ਵਾਲਾ, ਬੱਕਰੀਆਂ ਚਾਰਨ ਵਾਲਾ, ਜਿਸ ਨੂੰ ਇਆਲੀ ਕਿਹਾ ਜਾਂਦਾ ਹੈ, ਜਿਸ ਨੂੰ ਛੇੜੂ ਵੀ ਕਿਹਾ ਜਾਂਦਾ ਹੈ, ਕਹਿਣ ਲੱਗੇ ਵੀ ਉਹ ਭੇਡਾਂ ਚਾਰਨ ਵਾਲਾ ਉਹਨੇ ਚਰਨੋਂ ਆ ਗਿਆ ਹੈ। ਅਜਾ ਬਰਿੰਦ ਕੋ ਫਿਰਤ ਚਰਾਇਓ। ਇਹਦੇ ਕੋਲ ਬਹੁਤ ਸਾਰੀਆਂ ਬੱਕਰੀਆਂ ਸਨ, ਬੱਕਰੀਆਂ ਤੇ ਭੇਡਾਂ ਨੂੰ ਚਾਰਦਾ ਹੋਇਆ ਮਹਾਰਾਜ ਇਹਦੀ ਉਡੀਕ ਕਰਦੇ ਪਏ। ਤਾਂ ਵਾਰ-ਵਾਰ ਵੇਖਦੇ ਸਨ ਉਸ ਰਸਤੇ ਨੂੰ ਜਿਹੜਾ ਬਾਗ ਨੂੰ ਆਉਂਦਾ। ਹੁਣ ਜਾਣੀ ਜਾਣ ਮਹਾਰਾਜ ਤੇ ਜਾਣਦੇ ਸਾਰਾ ਕੁਝ। ਕਹਿਣ ਲੱਗੇ ਇਹਨੇ ਚਿਰ ਨੂੰ ਇਹ ਜਿਹੜਾ ਇਆਲੀ ਹੈ, ਬੱਕਰੀਆਂ ਚਾਰਦਾ ਚਾਰਦਾ ਆ ਪਹੁੰਚਿਆ ਹੈ। ਗਮਨਤ ਦੇਖਾ ਕਾਰਿਓ ਤਾਹੀ। ਸਤਿਗੁਰੂ ਪਾਤਸ਼ਾਹ ਨੇ ਉਸ ਨੂੰ ਜਾਂਦਿਆਂ ਹੋਇਆਂ ਆਵਾਜ਼ ਮਾਰੀ। ਸਿੱਖ ਨੂੰ ਕਹਿਣ ਲੱਗੇ ਭਾਈ ਬੁਲਾਓ ਆ ਜਿਹੜਾ ਬੱਕਰੀਆਂ ਚਾਰਨ ਵਾਲਾ, ਬੁਲਾਓ ਸਾਡੇ ਕੋਲ। ਉਸ ਨੂੰ ਆਵਾਜ਼ ਦਿੱਤੀ ਹੈ। ਸੁਨ ਗੁਹਾਰ ਚਲੇ ਆਇਓ ਪਾਹੀ। ਸਿੱਖ ਨੇ ਆਵਾਜ਼ ਮਾਰ ਦਿੱਤੀ।
ਉਸ ਇਆਲੀ ਨੂੰ ਨਾਂ ਤੇ ਨਹੀਂ ਜਾਣਦੇ ਵੀ ਉਹਦਾ ਨਾਮ ਕੀ ਹੈ, ਪਰ ਉਸ ਨੂੰ ਕਿਸੇ ਤਰੀਕੇ ਦੇ ਨਾਲ ਆਵਾਜ਼ ਮਾਰ ਕੇ ਤੇ ਆਪਣੇ ਕੋਲ ਬੁਲਾਇਆ ਹੈ। ਦਰਸ਼ਨ ਕਰ ਪਗ ਬੰਧਨ ਠਾਨੀ। ਸਤਿਗੁਰੂ ਪਾਤਸ਼ਾਹ ਦਾ ਨੂਰਾਨੀ ਚਿਹਰਾ ਜਦੋਂ ਦੇਖਿਆ ਨਾ ਇਸ ਭੇਡਾਂ ਚਾਰਨ ਵਾਲੇ ਨੇ, ਤੇ ਇਹਦਾ ਆਪਣੇ ਆਪ ਹੀ ਮਨ ਕੀਤਾ ਵੀ ਮੈਂ ਇਹਨਾਂ ਨੂੰ ਮੱਥਾ ਟੇਕਾਂ। ਇਹ ਕੋਈ ਨੂਰਾਨੀ ਜੋਤ ਹੈ, ਕੋਈ ਖੁਦਾ ਦਾ ਬਖਸ਼ਿਆ ਹੋਇਆ ਹੈ, ਕੋਈ ਰੱਬ ਦਾ ਹੀ ਭਗਤ ਹੈ। ਐਸਾ ਸਰੂਪ ਤੱਕ ਕੇ ਕਹਿੰਦੇ ਉਹ ਭੇਡਾਂ ਚਾਰਨ ਵਾਲਾ ਮਹਾਰਾਜ ਜੀਆਂ ਨੂੰ ਮੱਥਾ ਟੇਕਦਾ ਹੈ। ਤਬ ਗੁਰਦੇਵ ਕਹੀ ਮੁਖ ਬਾਣੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਹੁਣ ਉਹਨੂੰ ਪਤਾ ਨਹੀਂ ਵੀ ਇਹ ਹੈ ਕੌਣ ਹੈ, ਜਾਣਦਾ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਕਹਿਣ ਲੱਗੇ ਹਨ, ਅਮਰੋ ਕਾਮ ਏਕ ਕਰਾਓ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਡਾ ਇੱਕ ਕੰਮ ਹੈ, ਤੂੰ ਕਰੇਂਗਾ? ਸਾਨੂੰ ਇੱਕ ਕੰਮ ਪੈ ਗਿਆ ਇੱਥੇ ਆ ਕੇ, ਬੜਾ ਜ਼ਰੂਰੀ ਹੈ, ਤੇ ਸਾਡਾ ਉਹ ਕੰਮ ਜੇ ਤੂੰ ਕਰ ਸਕਦਾ ਤੇ ਸਾਨੂੰ ਦੱਸਣਾ ਕਰ। ਨਿਜ ਮਿਹਨਤ ਲੈ ਕਰ ਪੁਨ ਜਾਓ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੰਮ ਫ੍ਰੀ ਨਹੀਂ ਕਰਾਵਾਂਗੇ, ਜੇ ਤੈਨੂੰ ਅਸੀਂ ਕਿਤੇ ਕੰਮ ਭੇਜਾਂਗੇ ਨਾ ਤੇ ਉਸ ਕੰਮ ਦੀ ਤੈਨੂੰ ਕੀਮਤ ਵੀ ਦਿਆਂਗੇ, ਮਿਹਨਤ ਵੀ ਦਿਆਂਗੇ। ਜੋ ਤੇਰੀ ਮਿਹਨਤ ਬਣੇਗੀ ਸਾਡੇ ਕੋਲੋਂ ਲੈ ਲੈਣਾ ਕਰੀ। ਅਜਾ ਬਰਿੰਦ ਹਮ ਰਹਿ ਬਿਲੋਕਤ। ਤੇ ਸਤਿਗੁਰੂ ਪਾਤਸ਼ਾਹ ਨੂੰ ਉਹ ਕਹਿਣ ਲੱਗਾ, ਕਹਿੰਦਾ ਮਹਾਰਾਜ ਕੰਮ ਤੇ ਮੈਂ ਕਰ ਸਕਦਾ ਹਾਂ, ਪਰ ਮੇਰੀਆਂ ਬੱਕਰੀਆਂ ਬੜੀਆਂ ਨੇ, ਇਹਨਾਂ ਦਾ ਧਿਆਨ ਕੌਣ ਰੱਖੇਗਾ? ਮੈਂ ਤੁਹਾਡਾ ਕੰਮ ਕਰਨ ਵਾਸਤੇ ਚਲਾ ਜਾਵਾਂ, ਮਗਰੋਂ ਮੇਰੀਆਂ ਬੱਕਰੀਆਂ ਗਵਾਚ ਜਾਣ, ਇਹਨਾਂ ਦੀ ਗਿਣਤੀ ਘਟ ਜਾਵੇ ਤੇ ਮੇਰਾ ਤੇ ਨੁਕਸਾਨ ਹੋ ਜਾਏਗਾ ਨਾ। ਤੇ ਸਤਿਗੁਰੂ ਉਹਦਾ ਬਚਨ ਸੁਣ ਕੇ ਕਹਿਣ ਲੱਗੇ, ਫਿਕਰ ਨਾ ਕਰ, ਤੇਰੀਆਂ ਬੱਕਰੀਆਂ ਦਾ ਧਿਆਨ ਅਸੀਂ ਰੱਖਾਂਗੇ, ਤੇਰੀਆਂ ਬੱਕਰੀਆਂ ਦਾ ਧਿਆਨ ਅਸੀਂ ਰੱਖਾਂਗੇ, ਇਹਨਾਂ ਦਾ ਤੂੰ ਫਿਕਰ ਨਾ ਕਰਨਾ ਕਰ। ਰੱਖਾਂਗੇ ਚੌਦਿਸ਼ ਤੇ ਰੋਕਤ। ਅਸੀਂ 5-6 ਜਾਣੇ ਆ, 4 ਚਫੇਰੇ ਅਸੀਂ ਖੜ ਜਾਂਦੇ ਆ, ਇਸ ਬਾਗ ਤੋਂ ਬੱਕਰੀਆਂ ਤੇਰੀਆਂ ਬਾਹਰ ਨਹੀਂ ਜਾਣਗੀਆਂ, ਰੋਕ ਕੇ ਰੱਖਾਂਗੇ, ਇਹਨਾਂ ਦਾ ਧਿਆਨ ਅਸੀਂ ਰੱਖਦੇ ਹਾਂ। ਸੁਨਤ ਅਯਾਲੀ ਲੱਭ ਨੇ ਪ੍ਰੇਰਿਓ। ਹੁਣ ਉਹ ਜਿਹੜਾ ਭੇਡਾਂ ਚਾਰਨ ਵਾਲਾ ਨਾ ਬੱਕਰੀਆਂ, ਉਹਦੇ ਮਨ ਵਿੱਚ ਲੋਭ ਆ ਗਿਆ ਵੀ ਮੇਰੀਆਂ ਬੱਕਰੀਆਂ ਦਾ ਵੀ ਧਿਆਨ ਇਹ ਰੱਖਣਗੇ, ਗੁਆਚਣਗੀਆਂ ਨਹੀਂ, ਇਹਨਾਂ ਦੀ ਜ਼ਿੰਮੇਵਾਰੀ ਹੈ। ਦੂਜੀ ਗੱਲ ਇਹ, ਮੈਨੂੰ ਪੈਸੇ ਵੀ ਮਿਹਨਤ ਵੀ ਦੇਣਗੇ, ਮੈਨੂੰ ਪੈਸਾ ਵੀ ਮਿਲੇਗਾ। ਲੋਭ ਆ ਗਿਆ ਮਨ ਦੇ ਵਿੱਚ, ਤੇ ਉਸ ਵੇਲੇ ਲੋਭੀ ਹੋਇਆ। ਫਿਰ ਅਰ ਬੜ ਪੁਰਖ ਸੋ ਦਰਸ਼ਨ ਹੇਰਿਓ। ਮਨ ਵਿੱਚ ਸੋਚਦਾ ਹੈ ਵੀ ਇਹ ਬਹੁਤ ਵੱਡੇ ਮਹਾਂਪੁਰਖ ਦੇ ਦਰਸ਼ਨ ਮੈਨੂੰ ਅੱਜ ਹੋਏ ਨੇ, ਵੱਡੇ ਹੀ ਕੋਈ ਮਹਾਤਮਾ ਲੱਗਦੇ ਹਨ। ਕਹਿਤ ਭਇਓ ਦੀਜੈ ਫਰਮਾਏ। ਬੇਨਤੀ ਕਰਦਾ ਭੇਡਾਂ ਚਾਰਨ ਵਾਲਾ, ਕਹਿੰਦਾ ਮਹਾਰਾਜ ਫਿਰ ਆਗਿਆ ਕਰੋ, ਹੁਕਮ ਕਰੋ। ਜੇ ਤੁਸੀਂ ਮੇਰੀਆਂ ਬੱਕਰੀਆਂ ਦਾ ਧਿਆਨ ਰੱਖਦੇ ਪਏ ਹੋ, ਮੈਨੂੰ ਮਜ਼ਦੂਰੀ ਵੀ ਦਿੰਦੇ ਪਏ ਹੋ, ਕੰਮ ਦੀ ਮਿਹਨਤਾਨਾ ਵੀ ਦਿੰਦੇ ਪਏ ਹੋ, ਤੇ ਪਾਤਸ਼ਾਹ ਫਿਰ ਦੱਸੋ ਕੰਮ ਕੀ ਹੈ, ਮੈਂ ਹੁਣੇ ਕਰ ਦਿੰਦਾ ਹਾਂ। ਕਾਰਜ ਕਰਹੁ ਜਥਾ ਰਜਾਏ। ਜਿਵੇਂ ਤੁਹਾਡੀ ਆਗਿਆ ਹੋਵੇਗੀ, ਜਿਵੇਂ ਦਾ ਤੁਸੀਂ ਕੰਮ ਕਹੋਗੇ ਨਾ ਮਹਾਰਾਜ, ਮੈਂ ਉਸੇ ਤਰ੍ਹਾਂ ਦਾ ਝਟ ਕਰਕੇ ਆ ਜਾਵਾਂਗਾ। ਮਾਨੀ ਬਾਤ ਸੋ ਕਰਿਓ ਨਿਹਾਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਵੇਖਿਆ ਇਹਨੇ ਸਾਡਾ ਬਚਨ ਮੰਨ ਲਿਆ, ਸਾਡਾ ਕੰਮ ਕਰਨ ਵਾਸਤੇ ਤਿਆਰ ਹੋ ਗਿਆ। ਕਹਿੰਦਾ ਪਿਆ ਵੀ ਮਹਾਰਾਜ ਦੱਸੋ ਕੀ ਕੰਮ ਕਰਾਂ। ਇਹ ਗੱਲ ਵੇਖ ਕੇ ਫਿਰ ਉਤੀ ਛਾਪ ਕਰ ਕਰੀ ਨਿਕਾਰਨ। ਤੇ ਮਹਾਰਾਜ ਜੀਆਂ ਨੇ ਉਂਗਲ ਦੇ ਵਿੱਚ ਇੱਕ ਛਾਪ ਪਾਈ ਹੋਈ ਹੈ, ਜਿਹਨੂੰ ਆਪਾਂ ਮੁੰਦਰੀ ਕਹਿ ਦਿੰਦੇ ਆ। ਇੱਕ ਛਾਪ ਬੜੀ ਸੋਹਣੀ, ਜਿਹਦੇ ਵਿੱਚ ਸੋਨੇ ਦਾ ਹੀਰਾ, ਸੋਨੇ ਦੀ ਛਾਪ ਤੇ ਉਹਦੇ ਵਿੱਚ ਹੀਰਾ ਜੜਿਆ ਹੋਇਆ, ਬੜੇ ਮਹਿੰਗੇ ਮੁੱਲ ਦੀ ਛਾਪ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਹੱਥ ਵਿੱਚ। ਹੁਣ ਮਹਾਰਾਜ ਬਹਾਨਾ ਬਣਾ ਕੇ ਇਹਨੂੰ ਇਨਾਮ ਦਿਵਾਉਣ ਲੱਗੇ। ਸਤਿਗੁਰਾਂ ਨੇ ਆਪਣੀ ਉਂਗਲੀ ਦੇ ਵਿੱਚੋਂ ਉਸ ਛਾਪ ਨੂੰ ਉਤਾਰਿਆ ਹੈ, ਜਿਸ ਮੈਂ ਬਹੁਤ ਮੁੱਲ ਕੋ ਹੀਰਾ। ਕਹਿਣ ਲੱਗੇ ਵੀ ਇਹਦੇ ਵਿੱਚ ਬੜੇ ਮਹਿੰਗੇ ਮੁੱਲ ਦਾ ਹੀਰਾ ਇਸ ਛਾਪ ਦੇ ਵਿੱਚ ਜੜਿਆ ਹੋਇਆ ਸੀ। ਜੜਤਕਾਰੀ ਇੱਕ ਹੀਰੇ ਦੀ ਉਸ ਮੁੰਦਰੀ ਦੇ ਵਿੱਚ ਕੀਤੀ ਹੋਈ ਹੈ। ਉਜਲ ਅਸ਼ਟਕੋਰ ਕਰ ਚੀਰਾ। ਤੇ ਕਹਿਣ ਲੱਗੇ ਵੀ ਬੜਾ ਇਹ ਚਮਕਣ ਵਾਲਾ ਸੀਗਾ, ਬੜਾ ਚਮਕਦਾ ਸੀ, ਬੜੀ ਚਮਕ ਸੀ ਉਸ ਹੀਰੇ ਦੀ। ਔਰ ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਇਹਦੀਆਂ 8 ਨੁਕਰਾਂ ਸਨ। ਜਿਹੜਾ ਛਾਪ ਦੇ ਵਿੱਚ ਹੀਰਾ ਪਰੋਇਆ ਹੋਇਆ ਨਾ ਮਹਾਰਾਜ ਦੀ ਹੱਥ ਦੀ ਛਾਪ ਦੇ ਵਿੱਚ, ਉਹਦੀਆਂ 8 ਨੁਕਰਾਂ ਸਨ। ਇਸ ਤਰ੍ਹਾਂ ਦਾ ਡਿਜ਼ਾਈਨ ਉਹਦਾ ਬਣਿਆ ਹੋਇਆ, ਤੇ ਛਾਪ ਦੇ ਵਿੱਚ ਉਸ ਨੂੰ ਉਕਰ ਕੇ ਬਣਾ ਕੇ ਉਹਦੇ ਵਿੱਚ ਰੱਖਿਆ ਹੋਇਆ। ਮਹਾਰਾਜ ਨੇ ਐਸੀ ਛਾਪ, ਐਸੀ ਮੁੰਦਰੀ ਆਪਣੇ ਹੱਥੋਂ ਉਤਾਰੀ ਹੈ। ਦਈ ਅਯਾਲੀ ਕੇਤਬ ਕਰਮ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੀ ਛਾਪ ਉਹਦੇ ਹੱਥਾਂ ਵਿੱਚ ਫੜਾਈ। ਕਹਿਣ ਲੱਗੇ ਵੀ ਲੈ ਭਾਈ, ਆ ਸਾਡੀ ਛਾਪ ਹੈ, ਇਸ ਨੂੰ ਤੂੰ ਲੈ ਜਾਣਾ ਕਰ। ਕਹਿਓ ਬਹੁਰ ਲੈ ਜਾਓ ਨਗਰ ਮੈਂ। ਤੇ ਮਹਾਰਾਜ ਕਹਿੰਦੇ ਵੀ ਇਸ ਨੂੰ ਲੈ ਕੇ ਜਾ। ਕਹਿੰਦਾ ਮਹਾਰਾਜ ਕਿੱਥੇ ਲੈ ਕੇ ਜਾਵਾਂ? ਸਤਿਗੁਰੂ ਕਹਿੰਦੇ ਸ਼ਹਿਰ ਵਿੱਚ, ਆੜਾ ਸਾਹਮਣੇ ਸ਼ਹਿਰ ਹੈ ਨਾ, ਸ਼ਹਿਰ ਵਿੱਚ ਲੈ ਜਾ, ਇਹ ਸਾਡੀ ਛਾਪ। ਤੇ ਫਿਰ ਇਸ ਤਰ੍ਹਾਂ ਕਰਨਾ ਕਰ। ਦੋਏ ਰਜਤ ਪਣ ਕੋ ਪਕਵਾਨ। ਮਹਾਰਾਜ ਕੀ ਕਰਾਂ ਫਿਰ? ਸਤਿਗੁਰੂ ਕਹਿੰਦੇ 2 ਰੁਪਈਆਂ ਦੇ ਪਕਵਾਨ ਲੈ ਕੇ ਆ, ਖਾਣ ਵਾਸਤੇ ਪਦਾਰਥ 2 ਰੁਪਈਆਂ ਦੇ। ਰਜਤਪਣ ਕਹਿੰਦੇ ਚਾਂਦੀ ਦੇ ਰੁਪਈਏ। ਚਾਂਦੀ ਦੇ ਰੁਪਈਏ ਜਿਹੜੇ ਹਨ ਉਹਨਾਂ ਨੂੰ ਲੈ ਕੇ ਤੇ ਤੂੰ
ਸਾਡੇ ਵਾਸਤੇ ਕੁਝ ਪਕਵਾਨ ਲਿਆਉਣਾ ਕਰ। ਹੋਏ ਸਨਿਗਧ ਅਦਕ ਮਿਸ਼ਟਾਨ। ਤੇ ਕਿਹੜੇ ਕਿਹੜੇ ਚੀਜ਼ਾਂ ਲੈ ਕੇ ਆਉਣੀਆਂ? ਕੁਝ ਜਿਹੜੀਆਂ ਘਿਓ ਵਿੱਚ ਬਣਨ ਵਾਲੀਆਂ ਚੀਜ਼ਾਂ ਨੇ, ਸਨਿਗਧ ਤੋਂ ਭਾਵ ਦੇਸੀ ਘਿਓ ਦੀਆਂ ਬਣੀਆਂ ਹੋਈਆਂ, ਤੇ ਕੁਝ ਮਿੱਠੇ ਦੀਆਂ, ਗੁੜ ਦੀਆਂ ਜਾਂ ਸ਼ੱਕਰ ਦੀਆਂ ਬਣੀਆਂ ਹੋਈਆਂ। ਮਿੱਠੇ ਵਾਲੀਆਂ ਵਸਤੂਆਂ ਤੇ ਘਿਓ ਵਾਲੀਆਂ ਵਸਤੂਆਂ ਜਿਹੜੀਆਂ ਨੇ 2 ਰੁਪਈਆਂ ਦੀਆਂ ਖਰੀਦ ਕੇ ਲਿਆਉਣਾ ਕਰ। ਗਹਿਣੇ ਧਰੋ ਛਾਪ ਕੋ ਜਾਵਹੋ। ਤੇ ਉਹ ਕਹਿਣ ਲੱਗਾ ਮਹਾਰਾਜ ਰੁਪਈਏ ਤੇ ਦਿੱਤੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਆ ਜਿਹੜੀ ਤੈਨੂੰ ਛਾਪ ਦਿੱਤੀ ਹੈ ਨਾ, ਇਹਨੂੰ ਗਹਿਣੇ ਰੱਖ ਦੇ ਜਾ ਕੇ ਦੁਕਾਨਦਾਰ ਦੇ ਕੋਲ। ਉਹਨੂੰ ਕਹਿ ਵੀ ਆ ਭਾਈ ਤੂੰ ਛਾਪ ਰੱਖ ਲਾ, ਇਹਦੇ ਵੰਡੇ ਮੈਨੂੰ 2 ਰੁਪਈਆਂ ਦੀ ਮਠਿਆਈ ਤੇ ਕੁਝ ਪਦਾਰਥ ਜਿਹੜੇ ਦੇ ਦੇ, ਇਹ ਸਾਡੀ ਛਾਪ ਹੈ, ਤੂੰ ਇਸ ਨੂੰ ਗਹਿਣੇ ਰੱਖਣਾ ਕਰ। ਸੋ ਅਬਹੀ ਪੁਰ ਤੇ ਲੈ ਆਵ। ਤੇ ਹੁਣੇ ਜਾ ਤੇ ਪਿੰਡੋਂ ਲੈ ਕੇ ਆ, ਸ਼ਹਿਰ ਵਿੱਚੋਂ ਮਠਿਆਈ ਪਕਵਾਨ ਸਾਡੇ ਵਾਸਤੇ ਲਿਆਉਣਾ ਕਰ। ਸੁਨ ਤੇ ਆਲੀ ਨੇ ਤਬ ਕਹਿਓ। ਉਸ ਵੇਲੇ ਇਆਲੀ ਨੇ ਸੁਣਿਆ ਨਾ ਬਚਨ ਵੀ ਮਹਾਰਾਜ ਕਹਿੰਦੇ ਸਾਡੇ ਵਾਸਤੇ ਖਾਣ ਨੂੰ ਲੈ ਕੇ ਆ, ਤੇ ਫਿਰ ਦੂਜਾ ਸਵਾਲ ਕੀਤਾ, ਮਹਾਰਾਜ ਬਚਨ ਤੁਹਾਡਾ ਮੈਂ ਮੰਨਦਾ, ਜੇ ਤੁਸੀਂ ਕਹਿੰਦੇ ਹੋ ਤੇ ਮੈਂ ਲੈ ਆਉਂਦਾ ਮਠਿਆਈ, ਪਰ ਮਹਾਰਾਜ ਇਹਦੇ ਵਿੱਚ ਵੀ ਇੱਕ ਔਂਕੜ ਹੈ, ਇੱਕ ਇਹਦੇ ਵਿੱਚ ਵੀ ਰੁਕਾਵਟ ਹੈ। ਤੇ ਸਤਿਗੁਰਾਂ ਨੇ ਸੁਣਿਆ ਬਚਨ, ਕਹਿਣ ਲੱਗੇ ਕੀ ਰੁਕਾਵਟ ਹੈ? ਦੱਸਦਾ ਹੈ, ਮੋਹ ਪਰ ਚੀਰ ਸੁਜੀਰਨ ਰਹਿਓ। ਮਹਾਰਾਜ ਮੇਰੇ ਮੋਢੇ ਤੇ ਆ ਪਾਟਾ ਜਿਹਾ ਕੰਬਲ ਰੱਖਿਆ ਹੋਇਆ, ਇਹਦੇ ਵਿੱਚੋਂ ਮੁਸ਼ਕ ਆਉਂਦਾ ਪਿਆ, ਬਦਬੂ ਆਉਂਦੀ ਪਈ। ਭੇਡਾਂ ਚਾਰਨ ਵਾਲਾ ਉਹ ਗੰਦਾ ਮੰਦਾ ਹੀ ਤੇ ਹੋਵੇਗਾ ਨਾ, ਆਪ ਵੀ ਉਹਦੇ ਕੋਲੋਂ ਭੇਡਾਂ ਬੱਕਰੀਆਂ ਦਾ ਹੀ ਮੁਸ਼ਕ ਆਉਂਦਾ ਹੋਵੇਗਾ। ਪਾਟਾ ਜਿਹਾ ਪੁਰਾਣਾ ਜਿਹਾ ਕੰਬਲ ਮੋਢੇ ਤੇ ਰੱਖਿਆ। ਮਹਾਰਾਜ ਇਹ ਵੀ ਪੁਰਾਣਾ ਜਿਹਾ ਕੰਬਲ ਹੈ, ਇਹ ਨਾ ਹੋਵੇ ਇਹਦੇ ਵਿੱਚ ਮਠਿਆਈ ਪਾਵਾਂ ਤੇ ਇਹਦੇ ਵਿੱਚ ਪਹਿਲਾਂ ਹੀ ਮੋਰਾ ਹੋ ਜਾਵੇ, ਮਠਿਆਈ ਥੱਲੇ ਡਿੱਗ ਪਵੇ। ਔਰ ਹੈ ਵੀ ਇਹ ਗੰਦਾ, ਵਰਤਣ ਦੇ ਯੋਗ ਨਹੀਂ ਹੈ। ਮਹਾਰਾਜ ਮੇਰੇ ਕੋਲ ਕੱਪੜਾ ਹੀ ਨਹੀਂ, ਮਠਿਆਈ ਕਾਹਦੇ ਵਿੱਚ ਪਾਵਾਂਗਾ, ਕਿਹਦੇ ਵਿੱਚ ਲੈ ਕੇ ਆਵਾਂ? ਇਹ ਦੂਜਾ ਸਵਾਲ ਕੀਤਾ ਹੈ। ਕਿਸ ਮੈਂ ਆਨੂੰ ਪਾਏ ਮਠਾਈ। ਮਹਾਰਾਜ ਭਾਂਡਾ ਤੇ ਹੈ ਕੋਈ ਨਹੀਂ, ਤੇ ਘਰ ਮੇਰਾ ਵੀ ਦੂਰ ਹੈ। ਜਦੋਂ ਮੈਂ ਦੁਕਾਨਦਾਰ ਨੂੰ ਆਖਾਂਗਾ 2 ਰੁਪਈਆਂ ਦੀ ਮਠਿਆਈ ਕੋਈ ਥੋੜੀ ਨਹੀਂ ਹੈ, ਬੜੀ ਵੱਡੀ ਮਠਿਆਈ ਬਣ ਜਾਣੀ, ਵੱਡੀ ਗੱਠ ਬਣ ਜਾਣੀ ਹੈ ਪਕਵਾਨ ਦੀ। ਇੰਨੇ ਪਕਵਾਨ ਮੈਂ ਪਾਵਾਂਗਾ ਕਾਹਦੇ ਵਿੱਚ? ਮੇਰੇ ਕੋਲ ਕੋਈ ਹੋਰ ਵਸਤੂ ਭਾਂਡਾ ਕਪੜਾ ਨਹੀਂ ਹੈ। ਆਚੀ ਰਹਿ ਲਿਓ ਤੁਮ ਖਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਜੇ ਮੇਰੇ ਕੋਲ ਚੀਜ਼ ਹੀ ਨਹੀਂ ਹੋਵੇਗੀ ਤੇ ਫਿਰ ਅਸੀਂ ਕਿਵੇਂ ਲੈ ਕੇ ਆਵਾਂਗੇ? ਤੇ ਜੇ ਅਸੀਂ ਲੈ ਕੇ ਨਹੀਂ ਆਵਾਂਗੇ ਤੇ ਫਿਰ ਤੁਸੀਂ ਛਕੋਗੇ ਕਿਵੇਂ? ਇਹ ਇਸ ਨੇ ਸਵਾਲ ਕੀਤਾ ਹੈ। ਤਬ ਗੁਰੇ ਆਪਣੇ ਉੱਪਰ ਕੇਰਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਸੁਣੇ ਨਾ ਬਚਨ, ਕਹਿਣ ਲੱਗੇ ਭਾਈ ਇਹਦਾ ਵੀ ਹੱਲ ਸਾਡੇ ਕੋਲ ਹੈ। ਮਹਾਰਾਜ ਕੀ ਹੈ? ਸਤਿਗੁਰਾਂ ਨੇ ਆਪਣੇ ਉੱਤਰ ਬੜਾ ਮਹਿੰਗੇ ਮੁੱਲ ਦਾ ਕੱਪੜਾ ਲਿਆ ਹੋਇਆ ਸੀ, ਆਪਣੇ ਮੋਢਿਆਂ ਦੇ ਉੱਪਰ ਬੁੱਕਲ ਮਾਰੀ ਹੋਈ ਸਤਿਗੁਰਾਂ ਨੇ। ਕਹਿਣ ਲੱਗੇ ਫਿਰ ਤੋ ਦੁਸ਼ਾਲਾ ਮੁੱਲ ਵਡੇਰਾ। ਇਹ ਦੁਸ਼ਾਲਾ ਸੀ ਗੁਰਮੁਖੋ, ਦੁਸ਼ਾਲਾ ਬੜਾ ਮਹਿੰਗੇ ਮੁੱਲ ਦਾ। ਜਿਵੇਂ ਫੁਲਕਾਰੀ ਹੁੰਦੀ ਹੈ ਨਾ, ਹੁਣ ਦੁਸ਼ਾਲੇ ਦਾ ਤੇ ਆਮ ਪਤਾ ਨਹੀਂ, ਫੁਲਕਾਰੀ ਵਰਗਾ ਹੀ ਹੁੰਦਾ, ਬੜਾ ਸੋਹਣਾ ਕੱਢਿਆ ਹੋਇਆ, ਬੜੇ ਮਹਿੰਗੇ ਮੁੱਲ ਦਾ। ਉਹ ਦੁਸ਼ਾਲੇ ਦੀ ਬੁੱਕਲ ਮਾਰੀ ਸੀ ਪਾਤਸ਼ਾਹ ਜੀਆਂ। ਮਹਾਰਾਜ ਨੇ ਦੁਸ਼ਾਲਾ ਲਾਇਆ ਆਪਣੇ ਮੋਢੇ ਤੋਂ, ਤੇ ਸਤਿਗੁਰੂ ਕਹਿਣ ਲੱਗੇ ਹਨ ਲਿਓ ਉਤਾਰ ਦਿਓ ਕਰ ਤਾਹੀ। ਤੇ ਸਤਿਗੁਰੂ ਪਾਤਸ਼ਾਹ ਨੇ ਲਾਇਆ ਦੁਸ਼ਾਲਾ ਆਪਣੇ ਸਰੀਰ ਤੋਂ, ਕਹਿਣ ਲੱਗੇ ਇਹ ਭੇਡਾਂ ਚਾਰਨ ਵਾਲਿਆ, ਆ ਲੈ ਸਾਡੇ ਕੋਲੋਂ, ਇਸ ਨੂੰ ਆਪਣੇ ਹੱਥਾਂ ਵਿੱਚ ਪਕੜਨਾ ਕਰ। ਕਹਿਓ ਪਾਏ ਆਨੂੰ ਇਸ ਮਾਹੀ। ਇਹਦੇ ਵਿੱਚ ਲਿਆ ਕੇ ਪਾ, ਇਹਦੇ ਵਿੱਚ ਪਾ ਕੇ ਮਠਿਆਈ ਜਿਹੜੀ ਹੈ ਉਹ ਸਾਨੂੰ ਦੇਣਾ ਕਰ। ਮਹਾਰਾਜ ਸਾਹਿਬ ਜੀਆਂ ਨੇ ਇਸ ਤਰ੍ਹਾਂ ਉਸ ਵੇਲੇ ਉਸ ਭੇਡਾਂ ਚਾਰਨ ਵਾਲੇ ਨੂੰ, ਜਿਹਦਾ ਨਾਮ ਹਸਨ ਅਲੀ ਹੈ, ਉਸ ਨੂੰ ਕਹਿੰਦੇ ਪਏ, ਕਹਿੰਦੇ ਭਾਈ ਇਸ ਦੁਸ਼ਾਲੇ ਵਿੱਚ ਸਾਡੇ ਵਾਸਤੇ ਛਕਣ ਵਾਲੇ ਪਕਵਾਨ ਪਾ ਕੇ ਲਿਆਉਣਾ ਕਰ। ਬਿਲਮ ਨ ਕੀਜੈ ਗਮਨੋ ਪੁਰ ਮੈਂ। ਤੇ ਗੱਲ ਇਹ ਹੈ ਵੀ ਦੇਰੀ ਨਾ ਕਰ, ਛੇਤੀ ਨਾਲ ਜਾ, ਦੌੜ ਕੇ ਜਾ, ਸਾਨੂੰ ਭੁੱਖ ਲੱਗੀ ਹੈ, ਛੇਤੀ ਲੈ ਕੇ ਆਉਣਾ ਕਰ। ਜਾਏ ਖਰੀਦਣਾ ਸੰਕੋ ਉਰ ਮੈਂ। ਤੇ ਮਨ ਵਿੱਚ ਸ਼ੰਕਾ ਨਾ ਕਰੀ, ਮਨ ਵਿੱਚ ਸੰਕੋਚ ਨਾ ਕਰੀ ਵੀ ਕੱਪੜਾ ਇੰਨਾ ਮਹਿੰਗਾ ਤੇ ਇਹਦੇ ਵਿੱਚ ਮਠਿਆਈ ਪਾਵਾਂਗਾ ਤੇ ਕੱਪੜਾ ਗੰਦਾ ਹੋ ਜਾਵੇਗਾ। ਉਹ ਗਰੀਬ ਆਦਮੀ ਹੈ ਨਾ, ਉਹਨੇ ਇੰਨਾ ਮਹਿੰਗਾ ਦੁਸ਼ਾਲਾ ਨਹੀਂ ਪਹਿਲਾਂ ਵੇਖਿਆ, ਇੰਨੀ ਮਹਿੰਗੀ ਛਾਪ ਉਹਨੇ ਨਹੀਂ ਵੇਖੀ, ਹੀਰੇ ਜੜਤ। ਪਾਤਸ਼ਾਹ ਕਹਿੰਦੇ ਸ਼ੰਕਾ ਨਾ ਕਰੀ, ਭਰਮ ਨਾ ਕਰੀ, ਸੰਕੋਚ ਨਾ ਕਰ ਕਿਸੇ ਗੱਲ ਦਾ, ਇਹਦੇ ਵਿੱਚ ਪਾ ਕੇ ਸਾਡੇ ਕੋਲ ਲਿਆਉਣਾ ਕਰ। ਪਟੀ ਕਾਮਰੀ ਬਿਖੈ ਛਪਾਏ। ਕਹਿਣ ਲੱਗੇ ਉਹ ਜਿਹੜਾ ਇਆਲੀ ਹੈ ਮਨ ਵਿੱਚ ਸੋਚਦਾ ਵੀ ਇੰਨਾ ਮਹਿੰਗਾ ਦੁਸ਼ਾਲਾ, ਜਿਹੜੀ ਪਾਟੀ ਜੀ ਕੰਬਲੀ ਉਹਨੇ ਲਈ ਸੀ ਨਾ ਆਪਣੇ ਉੱਪਰ, ਉਹਨੇ ਮਹਾਰਾਜ ਦਾ ਦੁਸ਼ਾਲਾ ਇਕੱਠਾ ਕਰਕੇ, ਤੈਅ ਲਾ ਕੇ ਇਕੱਠਾ ਕੀਤਾ, ਇਕੱਠਾ ਕਰਕੇ ਤੇ ਅੰਦਰ ਕਸ਼ ਦੇ ਵਿੱਚ ਦੇ ਲਿਆ। ਉੱਪਰ ਦੀ ਆਪਣੀ ਕੰਬਲੀ ਭੈੜੀ ਜੀ, ਉਹ ਜਿਹੜੀ ਗੰਦੀ ਹੋਈ ਮੈਲੀ ਕੰਬਲੀ ਜਿਹੜੀ ਹੈ ਉਹ ਉੱਪਰ ਕਰ ਲਈ ਹੈ, ਕਿਸੇ ਨੂੰ ਪਤਾ ਨਾ ਲੱਗੇ। ਕਹਿੰਦੇ ਇਸ ਤਰ੍ਹਾਂ ਛੁਪਾ ਕੇ ਦੁਸ਼ਾਲੇ ਨੂੰ ਤੇ ਚੱਲਣ ਲੱਗਾ ਹੈ। ਚਲਿਓ ਅਯਾਲੀ ਪੁਰ ਦਿਸ ਧਾਏ। ਜਿਸ ਪਾਸੇ ਨੂੰ ਉਹ ਸ਼ਹਿਰ ਸੀ ਨਾ ਮਥੁਰਾ, ਵਾਹਿਗੁਰੂ ਜੀ ਆਗਰਾ, ਆਗਰੇ ਵਾਲੇ ਪਾਸੇ ਨੂੰ ਇਹ ਜਿਹੜਾ ਅਯਾਲੀ ਹੈ, ਮਹਾਰਾਜ ਬਾਹਰ ਬੈਠੇ ਸਨ ਬਾਗ ਵਿੱਚ,
ਇਹ ਉੱਥੋਂ ਚੱਲ ਕੇ ਫਿਰ ਸ਼ਹਿਰ ਨੂੰ ਚੱਲਿਆ ਹੈ। ਮਤੀ ਦਾਸ ਥਿਰ ਦੂਰ ਦੀਵਾਨ। ਸਤਿਗੁਰਾਂ ਦਾ ਦੀਵਾਨ ਭਾਈ ਸਾਹਿਬ ਭਾਈ ਮਤੀ ਸਿੰਘ ਜੀ, ਭਾਈ ਸਾਹਿਬ ਭਾਈ ਮਤੀ ਦਾਸ ਜੀ ਜਿਨ੍ਹਾਂ ਦਾ ਨਾਮ ਹੈ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਜਿਨ੍ਹਾਂ ਨੂੰ ਆਰੇ ਦੇ ਨਾਲ ਸਮੇਂ ਦੀ ਸਰਕਾਰ ਨੇ ਚੀਰਿਆ। ਐਸੇ ਮਹਾਂਪੁਰਖ ਦੂਰ ਖਲੋਤੇ ਸਨ, ਵੇਖਦੇ ਪਏ ਵੀ ਮਹਾਰਾਜ ਨੇ ਸਾਨੂੰ ਕਿਉਂ ਨਹੀਂ ਕਿਹਾ ਮਠਿਆਈ ਵਾਸਤੇ, ਸਾਨੂੰ ਕਿਹੜਾ ਬਾਜ਼ਾਰ ਨਹੀਂ ਦੀਦਾ। ਮਨ ਦੇ ਵਿੱਚ ਸਿਆਣੇ ਬੰਦੇ ਦੇ ਵਿਚਾਰ ਤੇ ਆਉਂਦੀ ਹੈ ਨਾ। ਅੱਗੇ ਤੇ ਸਾਨੂੰ ਕਹਿੰਦੇ ਮਤੀ ਦਾਸ ਪ੍ਰਸ਼ਾਦਾ ਬਣਾਓ ਜਾਂ ਆਹ ਵਸਤੂ ਲੈ ਕੇ ਆਓ, ਅੱਗੇ ਤੇ ਸੇਵਾ ਅਸੀਂ ਕਰਦੇ ਹਾਂ। ਅੱਜ ਕੀ ਗੱਲ ਵੀ ਸਾਨੂੰ ਕਿਹੜਾ ਸ਼ਹਿਰ ਨਹੀਂ ਦੀਦਾ, ਨਾਲੇ ਸਾਡੇ ਕੋਲ ਪੈਸੇ ਵੀ ਨੇ, ਮਾਇਆ ਹੈ ਕੋਲ, ਮਹਾਰਾਜ ਨੇ ਪੈਸਾ ਨਹੀਂ ਦਿੱਤਾ ਤੇ ਆਪਣੀ ਛਾਪ ਦਿੱਤੀ ਹੈ ਔਰ ਘੱਲਿਆ ਵੀ ਉਹਨੂੰ ਹੈ। ਇੱਕ ਭੇਡਾਂ ਚਾਰਨ ਵਾਲੇ ਭਾਈ ਮਤੀ ਦਾਸ ਦੂਰੋਂ ਦੇਖਦੇ ਪਏ, ਦੇਖ ਕੇ ਤੇ ਫਿਰ ਉਸ ਵੇਲੇ ਦੇਖ ਕਰਿਆ ਕੀ ਕਿਰਪਾ ਨਿਧਾਨ। ਕਿਰਪਾ ਦੇ ਨਿਧਾਨ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜਦੋਂ ਕੌਤਕ ਵੇਖਿਆ ਨਾ ਮਤੀ ਦਾਸ ਨੇ, ਤੇ ਮਨ ਦੇ ਵਿੱਚ ਸੋਚਦਾ ਪਿਆ ਵੀ ਅੱਜ ਪਾਤਸ਼ਾਹ ਨੇ ਕਿਉਂ ਕੀਤਾ, ਅੱਜ ਸਾਡੀ ਕਿਉਂ ਨਹੀਂ ਡਿਊਟੀ ਲਾਈ, ਸਾਡੇ ਤੋਂ ਕਿਉਂ ਨਹੀਂ ਸੇਵਾ ਲਈ, ਅੱਜ ਇਸ ਨੂੰ ਕਿਉਂ ਭੇਜਿਆ ਹੈ ਔਰ ਛਾਪ ਕਿਉਂ ਦਿੱਤੀ ਹੈ, ਮਹਿੰਗਾ ਦੁਸ਼ਾਲਾ। ਇਹ ਸਾਰਾ ਕੁਝ ਵੇਖ ਕੇ ਮਤੀ ਦਾਸ ਜੀ ਆਏ ਸਮੀਪ ਬੁਝਬੋ ਕੀਨ। ਆ ਹੀ ਗਏ, ਕੋਲ ਰਿਹਾ ਨਹੀਂ ਗਿਆ ਸਿੱਖ ਦੇ ਕੋਲੋਂ, ਕਿਉਂਕਿ ਗੁਰੂ ਦੇ ਸਿੱਖ ਦਾ ਤੇ ਪਿਆਰ ਹੀ ਇੰਨਾ ਹੈ ਨਾ। ਗੁਰੂ ਦਾ ਸਿੱਖ ਨਾਲ ਪਿਆਰ, ਸਿੱਖ ਦਾ ਗੁਰੂ ਨਾਲ ਪਿਆਰ ਹੈ। ਬਚਨ ਆਪਾਂ ਪੜ੍ਹਦੇ ਹਾਂ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਸਿੱਖ ਦਾ ਗੁਰੂ ਨਾਲ ਪਿਆਰ ਹੈ ਨਾ, ਤੇ ਤਾਂ ਹੀ ਸਿੱਖ ਗੁਰੂ ਦੇ ਕੋਲ ਚੱਲ ਕੇ ਆਏਗਾ। ਜੇ ਭਾਵਨਾ ਦੇ ਨਾਲ ਸਿੱਖ ਨੇ ਇੱਕ ਪੈਰ ਗੁਰੂ ਵੱਲ ਰੱਖਿਆ ਗੁਰੂ ਦਾ ਦਿਦਾਰਾ ਕਰਨ ਵਾਸਤੇ, ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਹੈ, ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਇੱਕ ਨਹੀਂ ਕਰੋੜਾਂ ਕਦਮ ਅੱਗੋਂ ਚਲੇ ਜਾਂਦੇ ਸਿੱਖ ਨੂੰ ਲੈਣ ਵਾਸਤੇ, ਵੀ ਸਾਡਾ ਸਿੱਖ ਸਾਡੇ ਵੱਲ ਆਉਂਦਾ ਪਿਆ ਹੈ। ਕਿਉਂਕਿ ਬਚਨ ਹੈ ਨਾ ਗੁਰਬਾਣੀ ਦਾ, ਗੋਬਿੰਦ ਭਾਓ ਭਗਤ ਦਾ ਭੁੱਖਾ। ਗੋਬਿੰਦ ਨੂੰ ਹੋਰ ਪਦਾਰਥਾਂ ਦੀ ਭੁੱਖ ਨਹੀਂ ਹੈ, ਪਰਮੇਸ਼ਰ ਨੂੰ, ਪਰਮੇਸ਼ਰ ਨੂੰ ਇੱਕੋ ਹੀ ਭੁੱਖ ਹੈ। ਉਹਨੂੰ ਵੀ ਭੁੱਖ ਲੱਗਦੀ ਹੈ, ਕਾਹਦੀ ਲੱਗਦੀ ਹੈ? ਪ੍ਰੇਮਾ ਭਗਤੀ ਦੀ, ਕਿ ਸਾਡਾ ਸਿੱਖ, ਮੇਰਾ ਕੋਈ ਭਗਤ, ਮੇਰਾ ਕੋਈ ਨਾਮ ਜਪਣ ਵਾਲਾ ਮੇਰੇ ਨਾਲ ਪਿਆਰ ਕਰੇ ਤੇ ਮੈਂ ਫਿਰ ਉਹਦੇ ਨਾਲ ਪਿਆਰ ਕਰਾਂ। ਇਹ ਪਰਮੇਸ਼ਰ ਨੂੰ ਵੀ ਭੁੱਖ ਰਹਿੰਦੀ ਹੈ ਆਪਣੇ ਭਗਤਾਂ ਦੇ ਪ੍ਰਤੀ, ਕਿਉਂਕਿ ਦੁਨੀਆ ਉਹਦੇ ਕੋਲੋਂ ਪਦਾਰਥ ਹੀ ਮੰਗਦੀ ਹੈ। ਦੁਨੀਆ ਪਰਮੇਸ਼ਰ ਕੋਲੋਂ ਵਸਤੂਆਂ ਮੰਗਦੀ ਹੈ। ਸਭ ਕੁਛ ਆਪਣਾ, ਸਾਰੀ ਦੁਨੀਆ ਮੇਰੀ ਹੈ, ਸਾਰੀ ਦੁਨੀਆ ਦੇ ਪਦਾਰਥ ਮੇਰੇ ਨੇ, ਪਰ ਦੇਣ ਵਾਲਾ ਉਹ ਮੇਰਾ ਨਹੀਂ, ਉਹ ਪਰਾਇਆ ਹੈ। ਦੁਨੀਆ ਦੇ ਲੋਕ ਪਦਾਰਥਾਂ ਨਾਲ ਪਿਆਰ ਕਰਕੇ ਕੇਵਲ ਪਦਾਰਥ ਹੀ ਮੰਗਦੇ ਨੇ। ਦੁਨੀਆ ਦੇ ਲੋਕ ਪਰਮੇਸ਼ਰ ਨੂੰ ਨਹੀਂ ਮੰਗਦੇ, ਪਰ ਪਰਮੇਸ਼ਰ ਨੂੰ ਵੀ ਇਸ ਗੱਲ ਦੀ ਭੁੱਖ ਹੈ ਵੀ ਕੋਈ ਇਹੋ ਜਿਹਾ ਵੀ ਹੋਵੇ ਜਿਹੜਾ ਮੈਨੂੰ ਵੀ ਮੰਗੇ ਤੇ ਮੈਂ ਜਾਵਾਂ ਉਹਦੇ ਕੋਲ ਦੌੜਿਆ ਉਹਨੂੰ ਜਾ ਕੇ ਮਿਲਾਂ। ਸੋ ਇਹ ਬਚਨ ਹੈ, ਜੇ ਗੁਰੂ ਸਿੱਖ ਨਾਲ ਪਿਆਰ ਕਰਦਾ ਤੇ ਸਿੱਖ ਗੁਰੂ ਨਾਲ ਪਿਆਰ ਕਰਦਾ। ਭਗਤਾਂ ਨੇ ਲਿਖਿਆ ਨਾ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹ ਹੈ, ਇੱਕ ਸਮੈ ਮੋਹ ਕੋ ਗਹਿ ਬਾਂਧੈ ਤੋ ਫਿਰ ਮੋਪੈ ਜਵਾਬ ਨਾ ਹੋਏ। ਐਸਾ ਭਗਤਾਂ ਦਾ ਗੁਰੂਆਂ ਦੇ ਨਾਲ ਪਿਆਰ ਹੁੰਦਾ। ਹੁਣ ਮਤੀ ਦਾਸ ਮਹਾਰਾਜ ਨੂੰ ਪਿਆਰ ਕਰਦਾ, ਪ੍ਰੇਮ ਕਰਦਾ, ਸਿੱਖ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗਾ ਮਹਾਰਾਜ ਨੇ ਅੱਜ ਸਾਨੂੰ ਪਿੱਛੇ ਕਰਤਾ, ਇੱਕ ਭੇਡਾਂ ਚਾਰਨ ਵਾਲੇ ਨੂੰ ਸੇਵਾ ਦਿੱਤੀ ਹੈ ਤੇ ਇਹੋ ਜਿਹਾ ਕੌਤਕ ਤੇ ਪਹਿਲਾਂ ਕਦੇ ਨਹੀਂ ਕੀਤਾ। ਮਤੀ ਦਾਸ ਨੇ ਪੁੱਛ ਹੀ ਲਿਆ ਕਿ ਮਹਾਰਾਜ ਦੇ ਕੋਲ ਆ ਗਿਆ। ਪਹਿਲਾਂ ਦੂਰ ਖਲੋਤੇ ਸਨ, ਚੱਲ ਕੇ ਮਹਾਰਾਜ ਨੂੰ ਪੁੱਛਣ ਲੱਗੇ ਹਨ, ਕਹਾਂ ਰੰਕ ਕੇ ਕਰ ਤੁਮ ਦੀਨ। ਮਹਾਰਾਜ ਇੰਨੇ ਗਰੀਬ ਬੰਦੇ ਨੂੰ ਇੰਨੀ ਮਹਿੰਗੇ ਮੁੱਲ ਦੀ ਛਾਪ ਫੜਾ ਦਿੱਤੀ ਹੈ, ਇਹ ਕੀ ਕੀਤਾ? ਮਹਾਰਾਜ ਉਹ ਤੇ ਅੱਤ ਦਾ ਗਰੀਬ ਹੈ, ਪਾਟਾ ਕੰਬਲ ਉਹਦੇ ਉੱਪਰ ਹੈ, ਮੈਲੇ ਕੱਪੜੇ, ਭੇਡਾਂ ਚਾਰਦਾ ਪਿਆ, ਨੌਕਰ ਕਿਸੇ ਦਾ। ਜਿਹੜਾ ਭੇਡਾਂ ਹੀ ਚਾਰਦਾ ਨੌਕਰ ਬਣ ਕੇ, ਉਹ ਕੋਈ ਧਨੀ ਤੇ ਨਹੀਂ ਨਾ ਹੋਵੇਗਾ, ਅਮੀਰ ਤੇ ਨਹੀਂ ਨਾ ਹੋਵੇਗਾ, ਅੱਤ ਦਾ ਗਰੀਬ ਹੈ। ਅੱਤ ਦੇ ਗਰੀਬ ਬੰਦੇ ਨੂੰ ਇੰਨੀ ਮਹਿੰਗੀ ਮੁੱਲ ਦੀ ਛਾਪ ਮਹਾਰਾਜ ਕਿਉਂ ਦਿੱਤੀ ਹੈ? ਕੀ ਕਾਰਨ ਹੈ? ਇਹ ਪੁੱਛਿਆ ਹੈ। ਕਹਾਂ ਪਠਿਓ ਕਿਆ ਲਿਆਵਨ ਤੇ ਕਰੈ। ਦੂਜੀ ਗੱਲ ਇਹ ਵੀ ਭੇਜਿਆ ਕਿੱਥੇ ਜੇ, ਕਿੱਥੇ ਭੇਜਿਆ ਉਹ ਵੀ ਦੱਸੋ, ਤੇ ਫਿਰ ਉਹ ਲੈਣ ਕੀ ਗਿਆ ਇਹ ਵੀ ਦੱਸੋ। ਹੁਣ ਦੂਰ ਖਲੋਤਾ ਸੀ ਨਾ ਮਤੀ ਦਾਸ, ਉਦੋਂ ਸੁਣਿਆ ਨਹੀਂ ਵੀ ਮਹਾਰਾਜ ਕੀ ਬਚਨ ਕਰਦੇ ਪਏ, ਪਰ ਦੂਰ ਖਲੋਤੇ ਹੋਏ ਮਤੀ ਦਾਸ ਜੀ ਵੇਖਦੇ ਪਏ ਵੀ ਮਹਾਰਾਜ ਨੇ ਹੱਥੋਂ ਛਾਪ ਲਾ ਕੇ ਦਿੱਤੀ ਹੈ, ਆਪਣੇ ਮੋਢਿਆਂ ਦੇ ਉੱਪਰ ਦਿੱਤਾ ਹੋਇਆ ਦਿਸ਼ਾਲਾ ਲਾ ਕੇ ਦਿੱਤਾ। ਦੇਖ ਤੇ ਲਿਆ ਮਤੀ ਦਾਸ ਨੇ, ਪਰ ਉੱਥੇ ਸੁਣਿਆ ਨਹੀਂ ਵੀ ਮਹਾਰਾਜ ਬਚਨ ਕੀ ਕਰਦੇ ਪਏ। ਹੁਣ ਪੁੱਛ ਲਿਆ ਮਹਾਰਾਜ ਕਿੱਥੇ ਭੇਜਿਆ, ਕਾਹਦੇ ਵਾਸਤੇ ਭੇਜਿਆ, ਕੀ ਕਾਰਨ ਹੈ?
ਕਿਰਪਾ ਕਰਕੇ ਦੱਸਣਾ ਕਰੋ। ਗਮਨਿਓ ਨਗਰ ਛਿਪਰਤਾ ਧਰੈ। ਨਾਲ ਮਹਾਰਾਜ ਮੈਂ ਇਆਲੀ ਨੂੰ ਜਾਂਦੇ ਵੇਖਿਆ, ਭੇਡਾਂ ਚਾਰਨ ਵਾਲਾ ਦਵਾ ਦਵ ਛੇਤੀ ਨਾਲ ਦੌੜਿਆ ਜਾ ਰਿਹਾ, ਕਾਲੇ ਕਾਲੇ ਪੈਰ ਰੱਖ ਕੇ ਬੜੀ ਕਾਲੀ ਕਾਲੀ ਤੁਰਦਾ ਪਿਆ। ਇੰਨੀ ਛੇਤੀ ਕਿਹੜਾ ਕੰਮ ਪੈ ਗਿਆ, ਇੰਨੀ ਛੇਤੀ ਕਿਹੜੀ ਮੁਸੀਬਤ ਆ ਗਈ ਹੈ, ਕਿਹੜਾ ਕੁਝ ਹੋ ਗਿਆ ਵੀ ਇੰਨੀ ਛੇਤੀ ਤੁਸੀਂ ਉਹਨੂੰ ਜਾਣ ਵਾਸਤੇ ਆਖਿਆ। ਇਹ ਸਵਾਲ ਕੀਤੇ ਮਤੀਦਾਸ ਜੀਆਂ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ। ਸੁਨ ਸਤਿਗੁਰ ਤੇ ਸਕਲ ਬਤਾਈ। ਸਤਿਗੁਰੂ ਪਾਤਸ਼ਾਹ ਨੇ ਸੁਣੇ ਬਚਨ, ਤੇ ਸਾਡਾ ਗੁਰੂ ਇੰਨਾ ਸਮਰੱਥ ਹੈ। ਸਤਿਗੁਰੂ ਜੀ ਉਸ ਵੇਲੇ ਦੱਸਣ ਲੱਗੇ, ਕਹਿਣ ਲੱਗੇ ਮਤੀਦਾਸ ਜੇ ਤੂੰ ਸਾਨੂੰ ਸਵਾਲ ਕੀਤੇ ਨਾ ਵੀ ਕਾਹਦੇ ਵਾਸਤੇ ਭੇਜਿਆ ਔਰ ਇੰਨੀ ਛੇਤੀ ਕਿਉਂ ਭੇਜਿਆ, ਤੇ ਫਿਰ ਸੁਣ ਗੱਲ, ਅਸੀਂ ਤੈਨੂੰ ਦੱਸਦੇ ਹਾਂ। ਆਪ ਕੋ ਸ਼ੁਦਾ ਲਗੀ ਅਧਿਕਾਈ। ਮਹਾਰਾਜ ਕਹਿੰਦੇ ਸਾਨੂੰ ਮਤੀਦਾਸ ਭੁੱਖ ਬੜੀ ਲੱਗੀ ਹੋਈ ਹੈ, ਇੰਨਾ ਲੰਮਾ ਸਫ਼ਰ ਕਰਕੇ ਆਏ, ਹੁਣ ਭੁੱਖ ਲੱਗੀ ਹੈ, ਅਸੀਂ ਤਾਂ ਭੇਜਿਆ ਕਿਉਂਕਿ ਉਹ ਇਸ ਇਲਾਕੇ ਦਾ ਜਾਣਕਾਰ ਹੈ, ਉਹਨੂੰ ਪਤਾ ਵੀ ਬਾਜ਼ਾਰ ਕਿੱਥੇ ਹੈ, ਦੁਕਾਨ ਕਿੱਥੇ ਹੈ, ਸਾਨੂੰ ਭੁੱਖ ਲੱਗੀ ਹੈ, ਅਸੀਂ ਤਾਂ ਭੇਜਿਆ ਹੈ। ਕੁਛ ਪਕਵਾਨ ਮੰਗਵਾਵਨ ਠਾਨਾ। ਅਸੀਂ ਕੁਝ ਖਾਣ ਵਾਸਤੇ ਉਸ ਨੂੰ ਭੇਜਿਆ ਵੀ ਕੁਝ ਖਾਣ ਵਾਸਤੇ ਲੈ ਕੇ ਆ, ਭੁੱਖ ਲੱਗੀ ਹੈ, ਤਾਂ ਉਸ ਗਰੀਬ ਭੇਡਾਂ ਵਾਲੇ ਨੂੰ ਭੇਜਿਆ ਹੈ। ਤੁਮ ਵੀ ਸ਼ੁੱਧਤ ਕੀਜੈ ਖਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਤੀਦਾਸ ਤੁਸੀਂ ਵੀ ਤੇ ਸਾਡੇ ਨਾਲ ਭੁੱਖੇ ਹੀ ਹੋ ਨਾ, ਜਦੋਂ ਦਾ ਅਸੀਂ ਪ੍ਰਸ਼ਾਦਾ ਛਕਿਆ ਉਦੋਂ ਦਾ ਤੁਸੀਂ ਛਕਿਆ, ਜਿੰਨਾ ਸਫ਼ਰ ਅਸੀਂ ਤੈਅ ਕੀਤਾ ਉਨਾ ਹੀ ਸਫ਼ਰ ਤੁਸੀਂ ਤੈਅ ਕੀਤਾ, ਭੁੱਖ ਤੇ ਤੁਹਾਨੂੰ ਵੀ ਲੱਗੀ ਹੋਵੇਗੀ, ਅਸੀਂ ਵੀ ਛਕਾਂਗੇ, ਤੁਸੀਂ ਵੀ ਛਕਿਓ। ਉਹ ਪਕਵਾਨ ਲੈਣ ਵਾਸਤੇ ਗਿਆ ਹੈ। ਮਤੀਦਾਸ ਬੋਲਿਓ ਕਰ ਜੋਰ। ਉਸ ਵੇਲੇ ਮਤੀਦਾਸ ਨੇ ਸਮਝ ਲਈ ਗੱਲ ਵੀ ਨਹੀਂ ਮਹਾਰਾਜ ਕੁਝ ਪਰਦਾ ਕਰਦੇ ਪਏ ਸਾਡੇ ਕੋਲੋਂ, ਹੱਥ ਜੋੜੇ। ਮਤੀਦਾਸ ਫਿਰ ਉਸੇ ਸਵਾਲ ਤੇ ਆ ਗਿਆ ਵੀ ਇੱਦਾਂ ਨਹੀਂ ਮਹਾਰਾਜ, ਮੈਂ ਤੁਹਾਨੂੰ ਭੱਜਣ ਦਿੰਦਾ ਇਹਨਾਂ ਗੱਲਾਂ। ਹੱਥ ਜੋੜੇ ਤੇ ਸਤਿਗੁਰਾਂ ਨੂੰ ਪੁੱਛਣ ਲੱਗਾ, ਕਹਿੰਦਾ ਮਹਾਰਾਜ ਫਿਰ ਗੱਲ ਤੇ ਇੱਕ ਹੋਰ ਵੀ ਹੈ, ਕਿਰਪਾ ਕਰਕੇ ਉਹ ਦੱਸਣਾ ਕਰੋ। ਮੁਝ ਟਿਕ ਹੋਤੇ ਰਜਤ ਪਨ ਔਰ। ਮਹਾਰਾਜ ਗੱਲ ਇਹ ਹੈ ਵੀ ਤੁਸੀਂ ਹੱਥ ਦੀ ਛਾਪ ਕਿਉਂ ਲਾ ਕੇ ਦਿੱਤੀ ਹੈ, ਚਲੋ ਇਹ ਤੇ ਮੰਨ ਲਿਆ ਵੀ ਤੁਹਾਨੂੰ ਭੁੱਖ ਲੱਗੀ ਹੈ, ਸਾਨੂੰ ਵੀ ਲੱਗੀ ਹੈ, ਪਰ ਮਹਾਰਾਜ ਮੇਰੇ ਕੋਲ, ਮੈਂ ਦੀਵਾਨ ਆ ਤੁਹਾਡਾ, ਖਜ਼ਾਨਚੀ ਆ, ਮੇਰੇ ਕੋਲ ਰੁਪਈਏ ਪਏ ਹੋਏ ਨੇ, ਅਸੀਂ ਪਿੱਛੇ ਲੋਕਾਂ ਨੂੰ ਰੁਪਈਏ ਵੰਡ ਕੇ ਆਏ ਆ ਵੀ ਇੱਥੇ ਖੂਹ ਲਾ ਦਿਓ, ਇੱਥੇ ਬੌਲੀ ਲਾ ਦਿਓ, ਇੱਥੇ ਬਾਗ ਲਾ ਦਿਓ, ਇੰਨਾ ਕੁਝ ਮਾਇਆ ਵੰਡੀ ਹੈ। ਹੁਣ ਵੀ ਤੇ ਆਪਣੇ ਕੋਲ ਮਾਇਆ ਸੀ, ਮੈਨੂੰ ਤੁਸੀਂ ਕਹਿੰਦੇ ਮੈਂ ਆਪਣੇ ਖੀਸੇ ਵਿੱਚੋਂ, ਆਪਣੇ ਖਜ਼ਾਨੇ ਵਿੱਚੋਂ ਮਾਇਆ ਕੱਢ ਕੇ ਦਿੰਦਾ। ਮਹਾਰਾਜ ਜੇ ਭੁੱਖ ਲੱਗੀ ਹੈ ਤੇ ਠੀਕ ਗੱਲ ਬਣਦੀ ਹੈ, ਮੰਨੀ ਜਾ ਸਕਦੀ ਹੈ, ਪਰ ਪਾਤਸ਼ਾਹ ਬਚਨ ਇਹ ਹੈ ਵੀ ਤੁਸੀਂ ਛਾਪ ਕਿਉਂ ਲਾਈ ਹੈ, ਮੈਨੂੰ ਪੈਸੇ ਦੇਣ ਵਾਸਤੇ ਕਿਉਂ ਨਹੀਂ ਆਖਿਆ ਹੈ। ਸੋ ਪਠ ਦੇਤ ਛਾਪ ਕਿਉਂ ਦਈ। ਮਹਾਰਾਜ ਜੇ ਤੁਹਾਡਾ ਹੁਕਮ ਹੁੰਦਾ ਆਪਾਂ ਉਸ ਬੱਕਰੀਆਂ ਵਾਲੇ ਨੂੰ, ਹਸਨ ਅਲੀ ਨੂੰ ਪੈਸੇ ਦੇ ਕੇ ਤੋਰ ਦੇਣਾ, ਪੈਸੇ ਨਾਲ ਕੀ ਨਹੀਂ ਖਰੀਦਿਆ ਜਾਂਦਾ ਮਾਇਆ ਨਾਲ। ਪਾਤਸ਼ਾਹ ਇੰਨੀ ਮਹਿੰਗੀ ਛਾਪ ਲਾ ਕੇ ਕਿਉਂ ਦਿੱਤੀ ਹੈ। ਜਿਸ ਮੈਂ ਬੱਜਰ ਮੋਲ ਬਹੁ ਮਈ। ਤੇ ਸਤਿਗੁਰੂ ਪਾਤਸ਼ਾਹ ਜੀ ਉਹਦੇ ਵਿੱਚ ਹੀਰਾ ਬੜੇ ਮਹਿੰਗੇ ਮੁੱਲ ਦਾ। ਹੁਣ ਮਤੀਦਾਸ ਤੇ ਖਜ਼ਾਨਚੀ ਹੈ ਨਾ, ਗੁਰੂ ਘਰ ਦਾ ਦੀਵਾਨ ਹੈ, ਉਹਨੂੰ ਪਤਾ ਵੀ ਮਹਾਰਾਜ ਦੀ ਛਾਪ ਕੋਈ ਸਸਤੀ ਥੋੜੀ ਹੈ, ਮਹਿੰਗੀ ਛਾਪ, ਮਹਿੰਗਾ ਹੀਰਾ ਉਹਦੇ ਵਿੱਚ ਲੱਗਾ ਹੋਇਆ। ਸਤਿਗੁਰੂ ਪਾਤਸ਼ਾਹ ਇੰਨੀ ਮਹਿੰਗੀ ਛਾਪ ਹੀਰੇ ਲੱਗੇ ਵਾਲੀ ਆਪ ਜੀ ਨੇ ਕਿਉਂ ਦੇ ਦਿੱਤੀ ਹੈ। ਬੌਰ ਦੁਸ਼ਾਲਾ ਬਿਗਰੈ ਰੰਗ। ਤੇ ਸਤਿਗੁਰੂ ਪਾਤਸ਼ਾਹ ਚਲੋ ਇੱਕ ਗੱਲ ਤੇ ਮੈਂ ਫਿਰ ਵੀ ਮੰਨਦਾ ਵੀ ਚਲੋ ਤੁਸੀਂ ਨਹੀਂ ਧਿਆਨ ਕੀਤਾ ਤੇ ਦੇ ਦਿੱਤਾ, ਤੇ ਮਹਾਰਾਜ ਜਿਹੜਾ ਮੋਢੇ ਤੋਂ ਦੁਸ਼ਾਲਾ ਲਾ ਕੇ ਭੇਜਿਆ, ਤੇ ਸਤਿਗੁਰੂ ਜਦੋਂ ਮਠਿਆਈ ਉਹਦੇ ਵਿੱਚ ਪਾਵਾਂਗੇ ਤੇ ਉਹਦਾ ਰੰਗ ਨਹੀਂ ਖਰਾਬ ਹੋਵੇਗਾ, ਉਹਦਾ ਡਿਜ਼ਾਈਨ ਖਰਾਬ ਹੋ ਜਾਣਾ, ਉਹਦਾ ਰੰਗ ਖਰਾਬ ਹੋ ਜਾਣਾ, ਉਹਨੂੰ ਮਿੱਠਾ ਲੱਗ ਜਾਏਗਾ, ਉਹਨੂੰ ਘਿਓ ਲੱਗ ਜਾਏਗਾ। ਮਹਾਰਾਜ ਦਿਸ਼ਾਲਾ ਵੀ ਤੇ ਖਰਾਬ ਹੋ ਜਾਣਾ, ਤੁਸੀਂ ਦਿਸ਼ਾਲਾ ਹੀ ਨਾ ਦਿੰਦੇ ਜੇ ਛਾਪ ਦਿੱਤੀ ਹੈ, ਦਿਸ਼ਾਲਾ ਕਿਉਂ ਖਰਾਬ ਕਰਨਾ ਆਪਾਂ। ਮਤੀਦਾਸ ਨੇ ਦੂਜਾ ਸਵਾਲ ਆਖਿਆ ਹੈ, ਰਹਿ ਨ ਅਸ ਜੇ ਪੈਰੋਂ ਅੰਗ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਉਹ ਜਿਹੜਾ ਦਿਸ਼ਾਲਾ ਹੈ ਹੁਣ ਉਹ ਚੰਗਾ ਨਹੀਂ ਰਹਿਣਾ, ਤੁਹਾਡੇ ਵਰਤਨ ਵਾਸਤੇ ਨਹੀਂ ਰਹਿਣਾ। ਗੁਰੂ ਘਰ ਦਾ ਖਜ਼ਾਨਚੀ ਗੁਰੂ ਨੂੰ ਸਵਾਲ ਕਰਦਾ ਪਿਆ, ਮਹਾਰਾਜ ਮਹਿੰਗੇ ਮੁੱਲ ਦਾ ਦਿਸ਼ਾਲਾ ਕਿਉਂ ਗਵਾਉਣਾ, ਇਹ ਵੀ ਗੁਰੂ ਘਰ ਦੀ ਇਮਾਨਤ ਹੈ ਨਾ, ਗੁਰੂ ਘਰ ਦੀ ਵਸਤੂ ਹੈ, ਆਪਾਂ ਕੋਈ ਹੋਰ ਕੱਪੜਾ ਦੇ ਦਿੰਦੇ। ਕਿੰਨੀ ਇਮਾਨਦਾਰੀ ਹੈ, ਕਿੰਨੀ ਦ੍ਰਿੜਤਾ ਹੈ ਕਿ ਗੁਰੂ ਨੂੰ ਵੀ ਇਹ ਗੱਲ ਆਖੀ ਹੈ, ਮਹਾਰਾਜ ਇੰਨਾ ਮਹਿੰਗਾ ਦਿਸ਼ਾਲਾ ਕਿਉਂ ਖਰਾਬ ਕਰਨਾ ਸੀ, ਆਪਾਂ ਵਰਤ ਲੈਂਦੇ ਹੋਰ ਕੋਈ ਕੱਪੜਾ। ਇਹ ਦੂਜਾ ਬਚਨ ਉਸ ਵੇਲੇ ਆਖਿਆ ਹੈ, ਅਪਰ ਬਸਤਰ ਲੈ ਕਰ ਸਿੱਖ ਜਾਤੇ। ਮਹਾਰਾਜ ਅਸੀਂ 5 ਸਿੱਖ ਤੁਹਾਡੇ ਨਾਲ, ਸਾਨੂੰ ਹੁਕਮ ਕਰਦੇ, ਸਾਡੇ ਕੋਲ ਬਥੇਰੀਆਂ ਚਾਦਰਾਂ ਪਈਆਂ ਨੇ, ਬਥੇਰੇ ਕੱਪੜੇ ਹੋਰ ਪਏ ਨੇ, ਨਾਲ ਅਸੀਂ ਲੈ ਕੇ ਆਏ ਹਾਂ, ਤੁਹਾਡੇ ਹੁਕਮ ਦੀ ਲੋੜ ਸੀ ਪਾਤਸ਼ਾਹ, ਹੁਕਮ ਫਰਮਾਉਂਦੇ ਤੇ ਅਸੀਂ ਜਾਂਦੇ ਝਾਟੀ ਤੇ ਲੈ ਕੇ ਆਉਂਦੇ, ਜਿਹੜੇ ਕੱਪੜੇ ਵਿੱਚ ਜੋ ਤੁਸੀਂ ਕਹਿੰਦੇ ਅਸੀਂ ਲੈ ਕੇ ਆ ਜਾਣਾ ਸੀ। ਆਨਤ ਛਿਪਰ ਜਥਾ ਰਜ ਖਾਤੇ। ਤੇ ਮਹਾਰਾਜ ਸਾਨੂੰ ਕਿਹੜਾ ਤੁਰਨਾ ਨਹੀਂ ਆਉਂਦਾ, ਤੁਸੀਂ ਆਖਦੇ ਹੋ ਵੀ ਆਲੀ ਨੂੰ ਬਾਗ ਦਾ ਬੜਾ ਪਤਾ ਸੀ, ਉਹਨੂੰ ਬਾਜ਼ਾਰ ਦਾ ਪਤਾ, ਉਹ ਬੜੀ ਛੇਤੀ ਜਾਏਗਾ ਤੇ ਬੜੀ ਛੇਤੀ ਆਏਗਾ,
ਮਹਾਰਾਜ ਸਾਡੇ ਤੋਂ ਛੇਤੀ ਥੋੜ੍ਹੀ ਆ ਸਕਦਾ। ਸਾਡੇ ਕੋਲ ਘੋੜੇ ਸਨ, ਅਸੀਂ ਘੋੜੇ 'ਤੇ ਚੜ੍ਹਨਾ ਸੀ, ਉਹ ਬੱਕਰੀਆਂ ਚਾਰਨ ਵਾਲਾ ਤੁਰਦਾ ਗਿਆ। ਅਸੀਂ ਘੋੜੇ ਨੂੰ ਅੱਡੀ ਲਾਉਂਦੇ, ਘੋੜੇ ਨੂੰ ਭਜਾਉਂਦੇ, ਝੱਟ ਹੀ ਅਸੀਂ ਪੁੱਛ ਕੇ ਬਾਜ਼ਾਰ ਵਿੱਚ ਚਲੇ ਜਾਂਦੇ। ਬਾਜ਼ਾਰ ਦੇ ਵਿੱਚੋਂ ਛੇਤੀ ਨਾਲ ਖਰੀਦ ਕੇ ਵਸਤੂ ਤੇ ਅਸੀਂ ਤੇ ਬੜੀ ਜਲਦੀ ਮੁੜ ਆਉਣਾ ਸੀ। ਅਸੀਂ ਢੇਰ ਨਹੀਂ ਸੀ ਲਾਉਣੀ। ਮਹਾਰਾਜ ਸਾਨੂੰ ਕਿਉਂ ਨਹੀਂ ਭੇਜਿਆ, ਉਹਨੂੰ ਕਿਉਂ ਭੇਜਿਆ ਹੈ? ਇਹ ਭਾਈ ਮਤੀ ਦਾਸ ਜੀ ਫਿਰ ਸਵਾਲ ਕਰਦੇ ਹਨ। ਸੁਨ ਕਰ ਕਹਿਓ ਬਿਲਮ ਇਮ ਲਾਗਤ। ਸਤਿਗੁਰੂ ਪਾਤਸ਼ਾਹ ਹੱਸ ਪਏ ਵੀ ਮਤੀ ਦਾਸ ਸਾਨੂੰ ਕਿਸੇ ਬੰਨੇ ਰਾਹ ਨਹੀਂ ਦਿੰਦਾ ਪਿਆ ਨਿਕਲਣ ਵਾਸਤੇ, ਸਾਡੀ ਗੱਲ ਵਿੱਚੋਂ ਹੀ ਸਵਾਲ ਕਰ ਦਿੰਦਾ ਹੈ। ਮਹਾਰਾਜ ਹੱਸ ਪਏ, ਕਹਿਣ ਲੱਗੇ ਮਤੀ ਦਾਸ ਚੱਲ ਛੱਡ ਦੇ ਫਿਰ ਗੱਲ ਹੁਣ ਇਸ ਨੂੰ। ਅਸੀਂ ਤਾਂ ਉਹਨੂੰ ਤੋਰਿਆ ਵੀ ਡੇਰੀ ਨਾ ਕਿਤੇ ਲੱਗ ਜਾਵੇ। ਮੰਨਦੇ ਆ ਵੀ ਤੇਰੇ ਕੋਲ ਘੋੜਾ ਸੀ ਚੜ੍ਹ ਕੇ ਜਾਣ ਵਾਸਤੇ, ਤੂੰ ਬੜਾ ਦੌੜਾ ਕੇ ਘੋੜੇ ਨੂੰ ਲੈ ਜਾਣਾ, ਗੱਲ ਠੀਕ ਹੈ, ਪਰ ਸਾਡੇ ਮਨ ਵਿੱਚ ਇੱਕ ਵੇਲੇ ਇਹ ਵਿਚਾਰ ਆ ਗਈ ਹੈ ਵੀ ਕਿਤੇ ਦੇਰ ਨਾ ਲੱਗ ਜਾਵੇ, ਤਾਂ ਉਸ ਨੂੰ ਭੇਜਿਆ ਹੈ। ਔਰ ਗਿਆਤਾ ਭੇਜਿਓਗਾ ਭਗਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਇਸੇ ਤਰ੍ਹਾਂ ਉਹ ਭੱਜਾ ਗਿਆ ਹੈ। ਕਿਉਂ ਭੱਜਾ ਗਿਆ? ਕਿਉਂਕਿ ਉਹਨੂੰ ਪਤਾ ਹੈ ਰਸਤਾ ਕਿਹੜੇ ਪਾਸੇ ਜਾਂਦਾ ਹੈ, ਬਾਜ਼ਾਰ ਕਿਹੜੇ ਪਾਸੇ ਹੈ, ਮਠਿਆਈ ਕਿੱਥੇ ਬਣਦੀ ਹੈ, ਪਕਵਾਨ ਕਿੱਥੇ ਬਣਦੇ, ਇਲਾਕੇ ਦਾ ਭੇਤੀ ਹੈ। ਮਹਾਰਾਜ ਕਹਿੰਦੇ ਤਾਂ ਭੇਜਿਆ ਮਤੀ ਦਾਸ ਜੀ ਵੀ ਛੇਤੀ ਨਾਲ ਮੁੜ ਕੇ ਆਏਗਾ। ਸੁਰਜੀ ਖੋਲ ਰਜਤ ਪਣ ਲੇਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਫਿਰ ਭਾਈ ਮਤੀ ਦਾਸ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਚਲੋ ਠੀਕ ਹੈ, ਇਹ ਗੱਲ ਮੰਨ ਲਈ ਵੀ ਉਹ ਛੇਤੀ ਚੱਲ ਜਾਏਗਾ, ਇਹ ਵੀ ਗੱਲ ਮੰਨ ਲਈ ਵੀ ਉਹਨੂੰ ਬਾਜ਼ਾਰ ਦਾ ਪਤਾ, ਸਾਨੂੰ ਨਹੀਂ ਪਤਾ, ਪਰ ਮਹਾਰਾਜ ਖਜ਼ਾਨੇ ਦੇ ਵਿੱਚੋਂ ਪੈਸੇ ਕੱਢਣ ਲੱਗਿਆ ਕਿੰਨਾ ਕੁ ਟਾਈਮ ਲੱਗਣਾ ਸੀ? ਜਿੰਨਾ ਟਾਈਮ ਤੁਹਾਡੀ ਹੱਥ ਵਿੱਚ ਛਾਪ ਲਾਉਂਦਿਆਂ ਲੱਗਾ, ਇੰਨਾ ਟਾਈਮ ਹੀ ਖਜ਼ਾਨੇ ਵਿੱਚੋਂ ਮਾਇਆ ਕੱਢਣ ਲੱਗਿਆ ਲੱਗਣਾ। ਤੇ ਫਿਰ ਆਪਾਂ ਰੁਪਈਏ ਦੇ ਕੇ ਤੋਰ ਦੇਣਾ, ਛਾਪ ਤੇ ਨਹੀਂ ਸੀ ਨਾ ਦੇਣੀ ਚਾਹੀਦੀ ਇੰਨੇ ਮਹਿੰਗੇ ਮੁੱਲ ਦੀ। ਦੁਬਾਰਾ ਫਿਰ ਮਤੀ ਦਾਸ ਜੀ ਆਖਦੇ ਹਨ, ਸਿੱਖ ਸੁਚੇਤ ਕਰ ਤਿਸਕੇ ਦੇਤ। ਤੇ ਮਹਾਰਾਜ ਜੀਓ ਆਪ ਜੀ ਨੇ ਸਿੱਖਾਂ ਨੂੰ ਸਾਵਧਾਨ ਕਰਦੇ, ਭਾਵ ਸ਼ਹਿਰ ਦੇ ਪਤੇ ਦੱਸਦੇ। ਭਾਈ ਮਤੀ ਦਾਸ ਕਹਿ ਰਹੇ ਨੇ ਮਹਾਰਾਜ ਰੁਪਈਏ ਲੈ ਕੇ ਜਾਂਦੇ, ਸਾਡੀ ਡਿਊਟੀ ਲਾਉਂਦੇ, ਇਹ ਆਪ ਜੀ ਨੇ ਕੀ ਕੀਤਾ ਹੈ? ਗਰੀ ਬਾਜ਼ਾਰ ਨਹੀਂ ਜਿਨ ਹੇਰਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਤੀ ਦਾਸ ਜਿੰਨੇ ਗਲੀ ਨਹੀਂ ਵੇਖੀ, ਬਾਜ਼ਾਰ ਨਹੀਂ ਵੇਖਿਆ, ਹੁਣ ਆਪਾਂ ਪੰਜਾਬ ਤੋਂ ਆਏ ਆ ਨਾ ਭਾਈ, ਏਡੀ ਦੂਰ ਆ ਗਏ, ਏਡਾ ਵੱਡਾ ਸ਼ਹਿਰ ਹੈ, ਸਾਨੂੰ ਕੀ ਪਤਾ ਗਲੀਆਂ ਕਿੱਥੇ ਬਾਜ਼ਾਰ ਕਿੱਥੇ ਹਨ। ਆਵਤ ਜਾਤੇ ਲਾਗਤ ਦੇਰਾ। ਇਸ ਕਰਕੇ ਆਉਂਦਿਆਂ ਜਾਂਦਿਆਂ ਆਪਾਂ ਨੂੰ ਢੇਰ ਲੱਗਣੀ ਸੀ। ਤੂੰ ਗੱਲ ਠੀਕ ਹੈ ਵੀ ਤੇਰੇ ਕੋਲ ਘੋੜਾ ਸੀ, ਤੂੰ ਭੱਜ ਜਾਂਦਾ, ਪਰ ਫਿਰ ਵੀ ਰਾਹ ਤੇ ਪੁੱਛਣਾ ਹੀ ਪੈਣਾ ਸੀ ਨਾ। ਹੁਣ ਘੋੜੇ ਨੇ ਕਿਹੜਾ ਆਪਣੇ ਆਪ ਦੁਕਾਨ ਤੇ ਚਲੇ ਜਾਣਾ, ਘੋੜੇ ਨੂੰ ਵੀ ਉਧਰ ਨੂੰ ਜਾਣਾ ਜਿੱਧਰ ਨੂੰ ਤੂੰ ਚਲਾਉਣਾ ਸੀ, ਤੇ ਤੈਨੂੰ ਤੇ ਪੁੱਛਣਾ ਪੈਣਾ ਸੀ ਨਾ ਬਾਜ਼ਾਰ ਕਿਹੜੇ ਬੰਨੇ ਆ। ਮਤੀ ਦਾਸ ਗੁੱਸਾ ਨਾ ਕਰੋ, ਢੇਰ ਲੱਗ ਜਾਣੀ ਸੀ, ਆਪਾਂ ਹੋਰ ਇਲਾਕੇ ਵਿੱਚੋਂ ਆਏ ਬੰਦੇ ਹਾਂ, ਉਹ ਇਲਾਕੇ ਦਾ ਭੇਤੀ ਹੈ, ਇਸ ਕਰਕੇ ਅਸੀਂ ਉਸ ਨੂੰ ਭੇਜਿਆ ਹੈ। ਬਾਕੇ ਅਪੂਰਵ ਗੁਰ ਕੇ ਸੁਨ ਕੈ। ਭਾਈ ਮਤੀ ਦਾਸ ਨੇ ਸੁਣਿਆ ਬਚਨ ਵੀ ਮਹਾਰਾਜ ਕੋਈ ਪਰਦਾ ਰੱਖਦੇ ਪਏ, ਕਦੇ ਆਖਦੇ ਵੀ ਉਹ ਛੇਤੀ ਆ ਜਾਏਗਾ, ਕਦੇ ਆਖਦੇ ਤੁਹਾਨੂੰ ਬਾਜ਼ਾਰ ਨਹੀਂ ਲੱਭਣਾ, ਕੋਈ ਰਾਜ ਤੇ ਇਹਦੇ ਵਿੱਚ ਹੈ। ਭਾਈ ਮਤੀ ਦਾਸ ਪਾਤਸ਼ਾਹ ਦੇ ਐਸੇ ਬਚਨ ਜਦੋਂ ਸੁਣੇ ਤੇ ਸੁਣ ਕੇ ਫਿਰ ਦੋਸ਼ਣ ਠਾਨ ਰਿਓ ਮਨ ਗੁਣ ਕੈ। ਭਾਈ ਮਤੀ ਦਾਸ ਜ਼ੁਬਾਨ ਤੋਂ ਤੇ ਚੁੱਪ ਕਰ ਗਿਆ ਵੀ ਹੁਣ ਗੁਰੂ ਨਾਲ ਬਹਿਸਬਾਜ਼ੀ ਕਰਨੇ ਵੀ ਚੰਗੇ ਨਹੀਂ ਲੱਗਦੇ, ਗੁਰੂ ਨੂੰ ਵਾਰ-ਵਾਰ ਸਵਾਲ ਕਰਦੇ ਚੰਗੇ ਨਹੀਂ ਲੱਗਦੇ। ਜ਼ੁਬਾਨੋਂ ਤੇ ਚੁੱਪ ਕਰ ਗਿਆ, ਮੂੰਹ ਤੇ ਚੁੱਪ ਕਰ ਗਿਆ ਮਤੀ ਦਾਸ, ਪਰ ਮਨ ਦੇ ਵਿੱਚੋਂ ਚੁੱਪ ਨਹੀਂ ਕੀਤੇ। ਮਨੋਂ ਵਿਚਾਰਾਂ ਚੱਲਣ ਲੱਗ ਪਈਆਂ ਵੀ ਇਹ ਤੇ ਨਹੀਂ ਹੋ ਸਕਦਾ ਵੀ ਭੁੱਖ ਲੱਗੀ ਹੋਵੇ ਤੇ ਭੇਡਾਂ ਚਾਰਨ ਵਾਲਾ ਹੀ ਲੱਭਣਾ ਸੀ ਮਠਿਆਈ ਲਿਆਉਣ ਵਾਸਤੇ, ਜਾਂ ਹੱਥ ਵਿੱਚੋਂ ਸੋਨੇ ਦੀ ਛਾਪ ਹੀ ਇਹਨਾਂ ਨੇ ਦੇਣੀ ਸੀ। ਮੂੰਹ ਤੇ ਚੁੱਪ ਕਰ ਗਏ, ਪਰ ਅੰਦਰ ਵਿਚਾਰਾਂ ਚੱਲ ਪਈਆਂ। ਉਸ ਵੇਲੇ ਸੋਚਣ ਲੱਗੇ ਹਨ, ਇਨਹੁ ਕਹੀ ਨ ਕਬਹੁ ਐਸੇ। ਮਤੀ ਦਾਸ ਸੋਚਦੇ ਪਏ ਵੀ ਮਹਾਰਾਜ ਨੇ ਕਦੇ ਪਹਿਲਾਂ ਤਾਂ ਨਹੀਂ ਇਸ ਤਰ੍ਹਾਂ ਕੀਤਾ, ਭੁੱਖ ਤੇ ਇਹਨਾਂ ਨੂੰ ਪਹਿਲਾਂ ਵੀ ਲੱਗੀ ਹੈ, ਤੇ ਭੋਜਨ ਪ੍ਰਸ਼ਾਦਾ ਤੇ ਪਹਿਲਾਂ ਵੀ ਅਸੀਂ ਬਣਾ ਕੇ ਛਕਾਉਂਦੇ ਰਹੇ, ਅੱਗੇ ਤੇ ਕਦੇ ਨਹੀਂ ਕਿਸੇ ਰਾਹ ਜਾਂਦੇ ਨੂੰ ਆਖਿਆ ਵੀ ਜਾਓ ਮਠਿਆਈ ਲੈ ਕੇ ਆਓ, ਜਾਂ ਸਾਨੂੰ ਪਿੱਛੇ ਕੀਤਾ ਹੋਵੇ, ਜਾਂ ਹੱਥ ਦੀ ਛਾਪ ਲਾ ਕੇ ਦਿੱਤੀ ਹੋਵੇ, ਅੱਗੇ ਤੇ ਕਦੇ ਇਹੋ ਜਿਹਾ ਕੌਤਕ ਨਹੀਂ ਕੀਤਾ ਹੈ। ਕਹਾਂ ਸ਼ੁਦਾਇਰ ਬੋਲੇ ਕੈਸੇ। ਤੇ ਇਹ ਨਾਲ ਆਖਦੇ ਵੀ ਸਾਨੂੰ ਭੁੱਖ ਲੱਗੀ ਹੈ, ਇਹ ਵੀ ਗੱਲ ਮੰਨਣ ਵਿੱਚ ਨਹੀਂ ਆਉਂਦੀ। ਭੁੱਖ ਤੇ ਇਹਨਾਂ ਨੇ ਜਿੱਤੀ ਹੋਈ ਹੈ, ਜੇ ਗੁਰੂ ਨੂੰ ਹੀ ਭੁੱਖ ਲੱਗ ਗਈ, ਗੁਰੂ ਹੀ ਭੁੱਖਾ ਹੋਇਆ, ਤੇ ਗੱਲ ਤੇ ਤਾਂ ਵੀ ਨਹੀਂ ਨਾ ਬਣਦੀ। ਭੁੱਖ ਨੂੰ ਤੇ ਜਿੱਤੀ ਬੈਠੇ ਨੇ ਖੁਦ ਪਰਮੇਸ਼ਰ ਨੇ, ਭੁੱਖ ਲੱਗ ਗਈ ਹੈ, ਇਹ ਵੀ ਗੱਲ ਬਹੁਤੀ ਮੰਨਣ ਵਿੱਚ ਨਹੀਂ ਆਉਂਦੀ ਹੈ। ਕੋ ਜਾਣੇ ਕਿਆ ਰਚਨਾ ਰਚੀ। ਭਾਈ ਮਤੀ ਦਾਸ ਆਪਣੇ ਮਨ ਦੇ ਵਿੱਚ ਵਿਚਾਰਾਂ ਦਾ ਘੋੜਾ ਦੜਾਉਂਦੇ ਨੇ, ਕਹਿਣ ਲੱਗੇ ਅਸੀਂ ਨਹੀਂ ਜਾਣਦੇ ਵੀ ਮਹਾਰਾਜ ਕੀ ਕਰਨ ਲੱਗੇ ਨੇ, ਕੀ ਰਚਨਾ ਇਹਨਾਂ ਨੇ ਰਚੀ ਹੈ, ਕੀ ਇਹਨਾਂ ਨੇ ਪਲੈਨਿੰਗ ਬਣਾਈ ਹੈ, ਕੀ ਇਹਨਾਂ ਨੇ ਵਿਚਾਰ ਬਣਾਈ ਹੈ, ਕੀ ਯੋਜਨਾ ਬਣਾਈ ਬੈਠੇ ਨੇ ਆਪਣੇ ਮਨ ਵਿੱਚ, ਮੈਂ ਨਹੀਂ ਜਾਣਦਾ। ਪਰ ਇਹ ਜਿਹੜਾ
ਬੱਕਰੀਆਂ ਚਾਰਨ ਵਾਲੇ ਨੂੰ ਭੇਜਿਆ ਹੈ ਨਾ, ਇਹ ਇਕੱਲਾ ਮਠਿਆਈ ਵਾਸਤੇ ਨਹੀਂ, ਕਾਰਨ ਤੇ ਕੋਈ ਹੋਰ ਹੈ। ਪਰ ਭਾਈ ਮਤੀ ਦਾਸ ਤੋਂ ਗੱਲ ਛੁਪੀ ਨਹੀਂ ਨਾ ਰਹਿਣੀ, ਅੱਜ ਨਹੀਂ ਤੇ ਕੱਲ ਪਤਾ ਲੱਗੇਗਾ ਨਾ। ਜਦੋਂ ਪਤਾ ਲੱਗੇਗਾ ਤੇ ਸਵਾਲ ਤੇ ਫਿਰ ਕਰੇਗਾ ਨਾ ਵੀ ਮਹਾਰਾਜ ਹੁਣ ਉਦੋਂ ਤੋਂ ਕਹਿੰਦੇ ਸੀ ਭੁੱਖ ਲੱਗੀ ਹੈ, ਉਦੋਂ ਕਹਿੰਦੇ ਉਹਨੂੰ ਬਾਜ਼ਾਰਾਂ ਦਾ ਪਤਾ, ਪਰ ਹਾਲੇ ਪਤਾ ਨਹੀਂ ਹੈ। ਮਨ ਵਿੱਚ ਸੋਚਦਾ ਹੈ ਵੀ ਇਹ ਗੱਲ ਬਣਦੀ ਜੀ ਨਹੀਂ ਪਈ ਜੋ ਮਹਾਰਾਜ ਕਹਿੰਦੇ ਨੇ, ਪਤਾ ਨਹੀਂ ਕੀ ਨਵਾਂ ਕੌਤਕ ਕਰਨ ਲੱਗੇ ਹਨ। ਦਈ ਛਾਪ ਹੀਰਾ ਵਿੱਚ ਖਚੀ। ਉਸ ਵੇਲੇ ਮਨ ਵਿੱਚ ਸੋਚਦਾ ਹੈ, ਚਲੋ ਮੰਨ ਵੀ ਲਿਆ ਭੁੱਖ ਲੱਗੀ ਹੈ, ਇਹ ਵੀ ਮੰਨ ਲਿਆ ਵੀ ਉਹਨੂੰ ਬਾਜ਼ਾਰ ਦਾ ਪਤਾ, ਸਾਨੂੰ ਨਹੀਂ ਪਤਾ। ਚਲੋ ਇਹ ਦੋ ਤੇ ਗੱਲਾਂ ਫਿਰ ਵੀ ਕਿਸੇ ਨਾ ਕਿਸੇ ਪਾਸੇ ਠੀਕ ਲੱਗਦੀਆਂ। ਹੱਥ ਦੀ ਛਾਪ ਲਾ ਕੇ ਕਿਉਂ ਦਿੱਤੀ ਹੈ, ਇਹ ਗੱਲ ਮੇਰੇ ਸਮਝ ਨਹੀਂ ਆਈ। ਮੇਰੇ ਕੋਲ ਪੈਸੇ ਨੇ, ਅੱਗੇ ਤੇ ਮੈਨੂੰ ਕਹਿੰਦੇ ਵੀ ਪੈਸੇ ਲੈ ਕੇ ਜਾਓ, ਬਾਜ਼ਾਰ ਵਿੱਚੋਂ ਸਮਾਨ ਲੈ ਕੇ ਆਓ, ਅੱਜ ਮਹਿੰਗੀ ਛਾਪ ਕਿਉਂ ਲਾ ਕੇ ਉਹਨੂੰ ਦਿੱਤੀ ਹੈ, ਇਹ ਗੱਲ ਕਿਸੇ ਬੰਨੇ ਲੱਗਦੀ ਨਹੀਂ ਪਈ। ਇਸ ਗੱਲ ਦਾ ਜਵਾਬ ਕੋਈ ਨਹੀਂ ਆਉਂਦਾ ਪਿਆ। ਇਹ ਮਤੀ ਦਾਸ ਜੀ ਆਪਣੇ ਮਨ ਵਿੱਚ ਸੋਚਦੇ ਹਨ। ਬਿਸਮਤ ਸਿੱਖਣ ਸੰਗ ਸੁਨਾਏ। ਉਸ ਵੇਲੇ ਮਤੀ ਦਾਸ ਜਿਹੜੇ ਬਾਕੀ ਨਾਲ 4 ਸਿੱਖ ਸਨ ਨਾ ਆਪਣੇ, ਉਹਨਾਂ ਨੂੰ ਇਕੱਠੇ ਕੀਤਾ, ਕਹਿੰਦੇ ਛੇਤੀ ਆਓ ਮੇਰੇ ਕੋਲ, ਤੁਸੀਂ ਵੀ ਆਪਣੇ ਦਿਮਾਗ ਵਿੱਚ ਸੋਚੋ, ਆਪਣੇ ਮਨ ਨਾਲ ਸੋਚੋ, ਤੁਸੀਂ ਵੀ ਸਲਾਹ ਦਿਓ ਵੀ ਇਹ ਕੀ ਹੋਇਆ ਹੈ। ਸਾਰੀ ਆਪਣੀ ਉਹ ਜਿਹੜੀ ਮਨ ਦਾ ਵਿਚਾਰ ਸੀ ਨਾ ਨਾਲ ਦੇ ਸਿੱਖਾਂ ਨਾਲ ਉਸੇ ਵੇਲੇ ਸਾਂਝਾ ਕੀਤਾ ਹੈ। ਸਤਿਗੁਰ ਫੇਰਿਓ ਅਪਰ ਸੁਭਾਏ। ਤੇ ਨਾਲ ਇਹ ਵੀ ਵੇਖ ਲਿਆ ਵੀ ਹੁਣ ਮਹਾਰਾਜ ਦਾ ਸੁਭਾਅ ਵੀ ਬਦਲ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਰਸਤੇ ਵਿੱਚ ਜਾਂਦਿਆਂ 5 ਸਿੱਖਾਂ ਤੋਂ ਵੱਧ ਕਿਸੇ ਨੂੰ ਲਿਆ ਹੀ ਨਹੀਂ। ਜਦੋਂ ਪਹਿਲਾਂ ਚੱਲੇ ਨੇ ਨਾ ਪਟਨਾ ਸਾਹਿਬ ਨੂੰ, ਜਾਂ ਗਏ ਨੇ ਬੰਗਾਲ ਨੂੰ ਗਏ ਨੇ, ਉਦੋਂ ਮਹਾਰਾਜ ਦੇ ਨਾਲ ਪਰਿਵਾਰ ਵੀ ਨਾਲ, ਸਿੱਖ ਵੀ ਨਾਲ, ਸੰਗਤਾਂ ਵੀ ਨਾਲ, ਤੇ ਕਈ ਮਤਾਂ ਦੇ ਕਈ ਸਾਧੂ ਵੀ ਨਾਲ ਨੇ। ਕੋਈ ਜਟਾਧਾਰੀ ਹੈ, ਕੋਈ ਕਿਸ ਤਰ੍ਹਾਂ ਦਾ, ਕੋਈ ਕਿਸ ਤਰ੍ਹਾਂ ਦਾ। ਪਰ ਹੁਣ ਮਹਾਰਾਜ ਚੱਲੇ ਨੇ ਤੇ 5 ਤੋਂ ਵੱਧ ਬੰਦਾ ਨਹੀਂ ਲਿਆ। ਕਹਿੰਦੇ ਵੀ 6ਵਾਂ ਬੰਦਾ ਨਹੀਂ ਨਾਲ ਹੋਣਾ ਚਾਹੀਦਾ। ਇਹਨਾਂ ਨੂੰ ਕੀ ਹੋਇਆ? ਇਹਨਾਂ ਨੇ ਸੁਭਾਅ ਕਿਉਂ ਬਦਲ ਲਿਆ? ਆਪਣਾ ਰਹਿਣਾ ਸਹਿਣਾ ਕਿਉਂ ਬਦਲ ਲਿਆ? ਪਹਿਲਾਂ ਇੰਨੀ ਸੰਗਤ ਲੈ ਕੇ ਚੱਲੇ, ਹੁਣ ਕਹਿੰਦੇ 5 ਤੋਂ ਵੱਧ ਨਹੀਂ। ਹੁਣ ਜੇ ਅਸੀਂ ਸਵਾਲ ਕਰਦੇ ਹਾਂ ਤੇ ਸਾਨੂੰ ਜਵਾਬ ਵੀ ਪਹਿਲਾਂ ਵਾਂਗੂ ਨਹੀਂ ਮਿਲਦਾ। ਜਿਵੇਂ ਪਹਿਲਾਂ ਪਿਆਰ ਦੇ ਨਾਲ ਜਵਾਬ ਦਿੰਦੇ, ਹੁਣ ਥੋੜ੍ਹਾ ਜਿਹਾ ਸਾਨੂੰ ਡਾਂਟਦੇ ਨੇ ਗੱਲਾਂ ਗੱਲਾਂ ਦੇ ਵਿੱਚ। ਭਾਵ ਇਹ ਆ ਵੀ ਸਾਡੇ ਨਾਲੋਂ ਮੋਹ ਤੋੜਦੇ ਪਏ ਨੇ, ਵੀ ਸਿੱਖਾਂ ਨਾਲੋਂ ਮੋਹ ਤੋੜੀਏ, ਅਸੀਂ ਹੁਣ ਕੌਤਕ ਕਰਨਾ। ਭਾਈ ਮਤੀ ਦਾਸ ਜੀ ਨਾਲ ਦੇ ਸਿੱਖਾਂ ਨੂੰ ਕਹਿੰਦੇ ਮਹਾਰਾਜ ਦਾ ਸੁਭਾਅ ਬਦਲ ਗਿਆ, ਅੱਗੇ ਨਾਲੋਂ ਫਰਕ ਪੈ ਗਿਆ ਹੈ। ਬੰਦ ਤੁਰੰਗ ਤਰੋਵਰ ਸਾਥ। ਉਸ ਵੇਲੇ ਸਿੱਖਾਂ ਨੇ ਆਪਣੇ ਘੋੜੇ ਰੁੱਖਾਂ ਦੇ ਨਾਲ ਬੰਨ੍ਹ ਦਿੱਤੇ ਹਨ। ਬੈਠੇ ਆਏ ਸਗਲ ਟਿਕਨਾਥ। ਇਹ ਸਾਰੇ ਹੀ ਭਾਈ ਮਤੀ ਦਾਸ ਕਹਿੰਦਾ ਵੀ ਮੈਂ ਤੇ ਮਹਾਰਾਜ ਨੂੰ ਪੁੱਛਿਆ, ਮੈਨੂੰ ਤੇ ਰਾਹ ਕੋਈ ਨਹੀਂ ਦਿੱਤਾ ਉਹਨਾਂ ਨੇ। ਹੁਣ ਤੁਸੀਂ ਵੀ ਪੁੱਛੋ ਨਾ, ਆਪਾਂ ਸਾਰੇ ਇਕੱਠੇ ਹੀ ਆ, ਆਪਾਂ ਸਾਰੇ ਜਣੇ ਚੱਲ ਕੇ ਪੁੱਛੀਏ। ਮਹਾਰਾਜ ਇਕੱਲੇ ਜਵਾਬ ਦੇਣਗੇ, ਆਪਾਂ 5 ਬੰਦੇ ਸਵਾਲ ਕਰਾਂਗੇ ਤੇ ਕੁਝ ਨਾ ਕੁਝ ਤੇ ਲੱਭ ਲਵਾਂਗੇ ਗੱਲਾਂ ਵਿੱਚ। ਇਹ ਸਾਰੇ ਸਿੱਖ ਉਸ ਵੇਲੇ ਮਹਾਰਾਜ ਦੇ ਕੋਲ ਬੈਠ ਗਏ ਆ ਕੇ। ਸ੍ਰੀ ਮੁਖ ਤੇ ਐਸੇ ਫਰਮਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਵੇਖਿਆ ਨਾ ਵੀ ਸਿੱਖ ਕੋਲ ਹੀ ਬੈਠ ਗਏ, ਤੇ ਮਹਾਰਾਜ ਕਹਿਣ ਲੱਗੇ, ਰਹੀਐ ਪਿਖਤ ਅਜਾ ਸਮੁਦਾਏ। ਮਹਾਰਾਜ ਕਹਿਣ ਲੱਗੇ ਮਤੀ ਦਾਸ ਥੱਕ ਗਏ, ਉਹ ਸਾਡੇ ਕੋਲ ਬਹਿ ਗਏ। ਮਹਾਰਾਜ ਥੱਕਿਆ ਤੇ ਨਹੀਂ। ਤੇ ਪਾਤਸ਼ਾਹ ਕਹਿੰਦੇ ਜਿਹੜੀਆਂ ਬੱਕਰੀਆਂ ਦੀ ਜ਼ਿੰਮੇਵਾਰੀ ਲਈ ਆ ਉਹ ਕਿਹਨੇ ਨਿਭਾਉਣੀ ਹੈ? ਤੁਸੀਂ ਕੋਲ ਆ ਕੇ ਬੈਠ ਗਏ ਹੋ, ਆ ਇੰਨੀਆਂ ਬੱਕਰੀਆਂ ਸਾਡੇ ਆਸਰੇ ਉਹ ਛੱਡ ਗਿਆ ਹੈ, ਅਸੀਂ ਉਹਨੂੰ ਕਿਹਾ ਵੀ ਤੇਰੀਆਂ ਬੱਕਰੀਆਂ ਦਾ ਅਸੀਂ ਬੜਾ ਧਿਆਨ ਰੱਖਾਂਗੇ। ਤੇ ਇਹ ਬੱਕਰੀਆਂ ਦਾ ਧਿਆਨ ਕੌਣ ਰੱਖੇਗਾ? ਤੁਸੀਂ 5 ਜਾਣੇ ਹੀ ਬੈਠ ਗਏ। ਆਪਾਂ ਨੂੰ ਉਹਦੀਆਂ ਬੱਕਰੀਆਂ ਦਾ ਧਿਆਨ ਰੱਖਣਾ ਚਾਹੀਦਾ, ਉਹਦੀਆਂ ਬੱਕਰੀਆਂ ਦੇ ਮਗਰ ਮਗਰ ਤੁਰਨਾ ਚਾਹੀਦਾ ਵੀ ਕਿੱਧਰ ਨੂੰ ਜਾਂਦੀਆਂ। ਹੁਣ ਮਹਾਰਾਜ ਵੀ ਤੇ ਜਾਣਦੇ ਨੇ ਵੀ ਇਹ ਜਿਹੜੇ 5 ਜਾਣੇ ਘੇਰਾ ਪਾ ਕੇ ਬੈਠ ਗਏ, ਇਹਨਾਂ ਨੇ ਚੁੱਪ ਤੇ ਕਰਨਾ ਕੋਈ ਨਹੀਂ। ਇਹ ਸਾਨੂੰ ਸਵਾਲ ਕਰਨਗੇ ਤੇ ਸਾਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਸ ਤੋਂ ਪਹਿਲਾਂ ਕਿ ਸਵਾਲ ਕਰਨ, ਇਹਨਾਂ ਨੂੰ ਬੱਕਰੀਆਂ ਦੇ ਮਗਰ ਹੀ ਲਾ ਛੱਡੀਏ ਵੀ ਜਾਓ ਬੱਕਰੀਆਂ ਲੱਭ ਕੇ ਲਿਆਓ, ਕਿੱਧਰ ਗਈਆਂ। ਬੱਕਰੀਆਂ ਨੂੰ ਚਾਰਨਗੇ, ਬੱਕਰੀਆਂ ਨੂੰ ਮੋੜਨਗੇ। ਸਤਿਗੁਰਾਂ ਨੇ ਆਖਿਆ, ਕਹਿਣ ਲੱਗੇ ਬੱਕਰੀਆਂ ਦਾ ਧਿਆਨ ਕਿਹਨੇ ਰੱਖਣਾ ਭਾਈ? ਇੱਥੇ ਆ ਕੇ ਬੈਠ ਗਏ ਹੋ। ਚਲੀ ਨਾ ਜਾਏ ਗਰੀਬ ਆਲੀ। ਉਸ ਵੇਲੇ ਚਲੀ ਜਾਏ ਗਰੀਬ ਆਲੀ। ਇਹ ਬੱਕਰੀਆਂ ਗਰੀਬ ਬੰਦੇ ਦੀਆਂ ਇੱਕ ਵੀ ਘਟ ਗਈ ਨਾ, ਜੋ ਵਿਚਾਰਾ ਘਾਟਾ ਕਿੱਥੋਂ ਪੂਰਾ ਕਰੇਗਾ? ਕਿਸੇ ਦਾ ਨੌਕਰ ਹੈ, ਮਾਲਕ ਨੇ ਗਿਣ ਕੇ ਬੱਕਰੀਆਂ ਦਿੱਤੀਆਂ, ਇੱਕ ਵੀ ਬੱਕਰੀ ਉਹਦੀ ਜ਼ਖਮੀ ਹੋ ਗਈ, ਜੋ ਚੁੱਕ ਕੇ ਕੋਈ ਲੈ ਗਿਆ ਖਾਣ ਵਾਲਾ, ਜਾਂ ਕਿਸੇ ਜਾਨਵਰ ਨੇ ਖਾ ਲਿਆ, ਘਾਟਾ ਪੈ ਗਿਆ। ਗਰੀਬ ਬੰਦਾ ਕਿੱਥੋਂ ਘਾਟਾ ਪੂਰਾ ਕਰੇਗਾ? ਇਸ ਕਰਕੇ ਧਿਆਨ ਰੱਖਣਾ ਬਣਦਾ ਹੈ। ਆਵਤ ਲੱਗ ਸਭ ਰੱਖੋ ਸੰਭਾਲੀ। ਜਿੰਨਾ ਚਿਰ ਉਹ ਆਉਂਦਾ ਨਹੀਂ ਉਹਨਾਂ ਚਿਰ ਬੱਕਰੀਆਂ ਦੇ ਉੱਪਰ ਪੂਰਾ ਧਿਆਨ ਰੱਖੋ। ਠਿਕਰੀ ਪਹਿਰਾ ਲਾ ਕੇ ਰੱਖੋ, ਬਾਗ ਦੇ 4 ਫੇਰੇ ਖੜ ਜਾਓ ਤੇ ਬੱਕਰੀਆਂ ਨੂੰ ਵੇਖੋ ਵੀ ਕੀ ਖਾਂਦੀਆਂ, ਕਿੱਧਰ ਨੂੰ ਜਾਂਦੀਆਂ, ਕੀ ਕਰਦੀਆਂ, ਇਕੱਠੀਆਂ ਕਰਕੇ ਰੱਖੋ। ਉਹ ਗਰੀਬ ਬੰਦੇ ਦੀਆਂ ਨੇ, ਇਹ ਗਵਾਚਣੀਆਂ ਨਹੀਂ ਚਾਹੀਦੀਆਂ।
ਇਹ ਘਟਨੀਆਂ ਨਹੀਂ ਚਾਹੀਦੀਆਂ। ਪਾਤਸ਼ਾਹ ਜੀ ਨੇ ਫਿਰ ਦੂਜੀ ਵਾਰੀ ਮਤੀ ਦਾਸ ਔਰ ਮਤੀ ਦਾਸ ਦੇ ਨਾਲ ਜਿਹੜੇ ਦੂਜੇ ਸਿੱਖ ਨੇ ਉਹਨਾਂ ਨੂੰ ਆਖਿਆ, ਕਿਉਂਕਿ ਮਹਾਰਾਜ ਜਾਣਦੇ ਨੇ ਵੀ ਇਹ ਹੁਣ ਸਵਾਲ ਕਰਨਗੇ, ਫਿਰ ਮੁੰਦਰੀ ਦੇ ਪਿੱਛੇ ਪੈਣਗੇ ਵੀ ਛਾਪ ਕਿਉਂ ਲਾਈ ਹੈ, ਕਦੇ ਆਖਣਗੇ ਮਹਿੰਗਾ ਦਿਸ਼ਾਲਾ ਕਿਉਂ ਦਿੱਤਾ, ਇਹ ਵੀ ਆਖਣਗੇ ਵੀ ਸਾਨੂੰ ਕਿਉਂ ਨਹੀਂ ਭੇਜਿਆ। ਇਸ ਤੋਂ ਪਹਿਲਾਂ ਕਿ ਸਵਾਲ ਹੋਣਗੇ ਇਹਨਾਂ ਨੂੰ ਪਹਿਲਾਂ ਬੱਕਰੀਆਂ ਮਗਰ ਤੋਰ ਦਈਏ, ਨਾ ਸਾਡੇ ਨੇੜੇ ਆਉਣ ਨਾ ਸਵਾਲ ਹੋਵੇ। ਜਿੰਨੇ ਚਿਰ ਨੂੰ ਉਸ ਬੱਕਰੀਆਂ ਚਾਰਨ ਵਾਲੇ ਨੇ ਆਉਣਾ ਉਹਨੇ ਚਿਰ ਨੂੰ ਆਪੇ ਹੀ ਸਾਰਾ ਭਾਣਾ ਵਾਪਰ ਜਾਣਾ, ਫਿਰ ਕੋਈ ਦੱਸਣ ਦੀ ਲੋੜ ਨਹੀਂ ਪਵੇਗੀ। ਇਸ ਕਾਰਨ ਕਰਕੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਪੈ ਵੀ ਜਾਓ ਬੱਕਰੀਆਂ ਦੇ ਮਗਰ ਜਾਓ। ਜਦੋਂ ਮਹਾਰਾਜ ਨੇ ਸਵਾਲ ਕੀਤਾ ਹੈ ਤਬ ਸਿੱਖ ਮਾਨਿਓ ਕਰ ਜੋਰ, ਉਸ ਵੇਲੇ ਜਿਹੜੇ ਸਿੱਖ ਸਨ ਉਹਨਾਂ ਨੇ ਇੱਕ ਦੂਜੇ ਵੱਲ ਵੇਖਿਆ, ਇੱਕ ਦੂਜੇ ਨੂੰ ਇਸ਼ਾਰਾ ਕੀਤਾ ਵੀ ਅੱਜ ਤੇ ਮਹਾਰਾਜ ਆਪਾਂ ਨੂੰ ਕੋਲ ਵੀ ਨਹੀਂ ਬਹਿਣ ਦਿੰਦੇ, ਕਹਿੰਦੇ ਜਾਓ ਬੱਕਰੀਆਂ ਦਾ ਧਿਆਨ ਰੱਖੋ। ਇਹਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਕੁਝ ਘਾਲਾ ਮਾਲਾ ਹੈ, ਕੁਝ ਹੈ ਗੱਲ ਜਿਹੜੀ ਸਾਡੇ ਤੋਂ ਪਰਦਾ ਰੱਖਦੇ ਪਏ, ਜਿਹੜਾ ਸਾਨੂੰ ਵਾਰ-ਵਾਰ ਕਹਿੰਦੇ ਬੱਕਰੀਆਂ ਨੂੰ ਚਾਰ ਕੇ ਲਿਆਓ। ਸਿੱਖਾਂ ਨੇ ਇੱਕ ਦੂਜੇ ਵੱਲ ਵੇਖਿਆ, ਵੇਖ ਕੇ ਇੱਕ ਦੂਜੇ ਦੇ ਨਾਲ ਯੋਜਨਾ ਕੀ ਬਣਾਉਂਦੇ ਨੇ, ਦੁਬਾਰਾ ਕੀ ਸਵਾਲ ਕਰਦੇ ਨੇ ਮਹਾਰਾਜ ਜੀਆਂ ਨੂੰ, ਕਿਹੜੇ ਕਿਹੜੇ ਬਚਨ ਕਰਨਗੇ, ਸਤਿਗੁਰੂ ਕਿਵੇਂ ਜਵਾਬ ਦੇਣਗੇ। ਅਤੇ ਉਹ ਜਿਹੜਾ ਬੱਕਰੀਆਂ ਵਾਲਾ ਗਿਆ ਮਠਿਆਈ ਲੈਣ, ਉਹ ਉੱਥੇ ਕੀ ਜਾ ਕੇ ਨਵਾਂ ਕੋਈ ਕੌਤਕ ਕਰੇਗਾ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੁਟੀਐ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ